ਸਤਨਾਮ ਵਾਹਿਗੁਰੂ ਸਾਹਿਬ ਜੀ। ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਣ ਦੁਹੇਲਾ। ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ, ਇਕ ਆਪੀਨੈ ਪਤਲੀ ਸਹ ਕੇਰੇ ਬੋਲਾ। ਦੁੱਧਾ ਥਣੀ ਨ ਆਵਈ ਫਿਰ ਹੋਏ ਨ ਮੇਲਾ, ਕਹਿ ਫਰੀਦ ਸਹੇਲੀ ਹੋ ਸਹੋ ਅਲਾਈ ਸੀ। ਹੰਸ ਚਲਸੀ ਡੁੰਮਣਾ ਇਹ ਤਨ ਤੇਰੀ ਥੀਸੀ। ਬੇਸੁਮਾਰ ਅਥਾਇ ਅਗਨਤ ਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਉਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ। ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਾਪੇ ਉਤਾਰ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਇ। ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਇ। ਫਰੀਦਾ ਕਿੱਥੇ ਤੈਡੇ ਮਾਪਿਆ, ਜਿਨੀ ਤੂੰ ਜਾਣਿਓ ਤੈ ਪਾਸੋ ਓਏ ਲੱਦ ਗਏ। ਤੂੰ ਅਜੈ ਨਾ ਪਤੀਣੋ ਫਰੀਦਾ ਮਨ ਮੈਦਾਨ ਕਰ। ਟੋਏ ਟਿੱਬੇ ਲਾਹੇ ਅਗੈ ਮੂਲ ਨ ਆਵਸੀ। ਦੋਜਕ ਸੰਧੀ ਪਾਹੇ ਮਹੱਲਾ ਪੰਜਵਾ। ਫਰੀਦਾ ਖਾਲਕ ਖਲਕ ਮਹੇ ਖਲਕ ਵਸੈ ਰਬ ਮਾਹੇ। ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਦੀਨਾਨਾਥ ਦੀਨ ਪ੍ਰਤਪਾਲਕ ਦੀਨ ਦਰਦ ਨਿਵਾਰਕ ਦੀਨ ਕਰੁਣਾਮੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਾਮਤ ਦਇਆ ਬਖਸ਼ਿਸ਼ ਦਾ ਸਦਕਾ ਹੈ ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਕਰੁਣਾ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ।
आप जी बड़े सुभागशाली हो जो सतगुरु की पावन हजूरी अंदर सतसंगत रूप द्वारा साधना करदਿਆਂ ਹੋਇਆਂ ਸ਼ਬਦ ਦੇ ਕੀਰਤਨ, ਸ਼ਬਦ ਦੇ ਵਿਚਾਰ ਅਭਿਆਸ ਨਾਲ ਜੁੜ ਕੇ ਆਪਣੇ ਮਨੁੱਖਾ ਜੀਵਨ ਨੂੰ ਗਿਆਨਮਈ ਸਾਧਨਾ ਦੇ ਨਾਲ ਸਾਧਣ ਦਾ, ਸਕਾਰਥ ਕਰਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਮਹਾਨ ਸੂਫੀ ਸੰਤ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਤਿਨਾਂ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਸਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉੱਠ ਫਰੀਦਾ ਉਜੂ ਸਾਜ, ਸੁਬਹਾ ਨਿਵਾਜ ਗੁਜ਼ਾਰ। ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰਕੇ ਨਿਵਾਜਿਆ ਸੀ, ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਿ ਜੀਵਨ ਦੇ ਵਿੱਚ ਮਨੁੱਖ ਨੂੰ ਜਿਸ ਸਿਲਸਿਲੇ ਦੀ ਵੀ ਸਮਝ ਆ ਜਾਂਦੀ ਹੈ ਅਤੇ ਜੇ ਪਤਾ ਲੱਗ ਜਾਵੇ ਕਿ ਉਹ ਲਾਭਦਾਇਕ ਹੈ ਅਤੇ ਦੁਨੀਆ ਦਾ ਹਰੇਕ ਮਨੁੱਖ ਉਸ ਕਾਰਜ ਨੂੰ ਕਰਨ ਨੂੰ ਸਭ ਤੋਂ ਪ੍ਰਥਮ ਤਰਜੀਹ ਦਿੰਦਾ ਹੈ ਜਿਸ ਕਾਰਜ ਵਿੱਚ ਉਹਨੂੰ ਭੌਤਿਕ ਜਾਂ ਕਿਸੇ ਹੋਰ ਕਿਸਮ ਦਾ ਲਾਭ ਪ੍ਰਾਪਤ ਹੋਣਾ ਹੈ। ਪਰ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਧਰਮ ਦੇ ਸਿਲਸਿਲੇ ਦੇ ਵਿੱਚ ਜੋ ਧਰਮ ਦੇ ਮਾਰਗ 'ਤੇ ਚੱਲਦਿਆਂ ਇਬਾਦਤ ਕਰਨੀ ਹੈ, ਅੱਲਾਹ ਤਾਲਾ ਦੀ ਸਿਫਤ ਦੇ ਨਾਲ ਜੁੜ ਕੇ ਜਿਹੜਾ ਆਪਣੇ ਜੀਵਨ ਨੂੰ ਸੰਪੂਰਨ ਅਰਥਾਂ ਦੇ ਵਿੱਚ ਸਫਲ ਕਰਨਾ ਅਤੇ ਨਿਰਮਲ ਕਰਨਾ ਹੈ, ਇਸ ਗੱਲ ਦਾ ਵਿਖਿਆਨ ਵੀ ਸੁਣਿਆ ਹੈ, ਇਹਦੀ ਸਮਝ ਵੀ ਹੈ, ਇਸ ਨੂੰ ਸਮਝਦੇ ਹਨ, ਇਹਦੇ ਨਾਲ ਮਨ ਵੀ ਸਹਿਮਤ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਜੇ ਨਮਾਜ਼ਗਾਰ ਨਹੀਂ ਬਣਦੇ ਜਾਂ ਪੱਕੇ ਢੰਗ ਦੇ ਨਾਲ, ਸ਼ਿੱਦਤ ਦੇ ਨਾਲ, ਭਾਵਨਾ ਦੇ ਨਾਲ, ਇੱਕ ਭਰੋਸੇ ਦੇ ਨਾਲ, ਇੱਕ ਸੱਚੇ ਮੋਮਨ ਹੋਣ ਦੇ ਨਾਤੇ ਵੀ ਨਮਾਜ਼ਗਾਰ ਨਹੀਂ ਬਣਦੇ, ਇਬਾਦਤ ਦੇ ਰਸਤੇ ਨੂੰ ਪ੍ਰਮੁੱਖਤਾ ਨਹੀਂ ਦਿੰਦੇ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਨਾ ਭਲੀ ਰੀਤ ਅਤੇ ਉੱਤਮ ਗੱਲ ਨਹੀਂ ਹੈ। ਇਸ ਕਰਕੇ ਸਾਨੂੰ ਦੁਨੀਆਦਾਰ ਦੇ ਨਾਲ ਨਾਲ ਪ੍ਰਮੁੱਖ ਤੌਰ 'ਤੇ ਪਹਿਲਾਂ ਇਬਾਦਤਗਾਰ, ਬੰਦਗੀ ਵਾਲੇ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਹਨ। ਉੱਠ ਫਰੀਦਾ ਉਜੂ ਸਾਜ, ਸੁਬਹ ਨਿਵਾਜ ਗੁਜ਼ਾਰ। ਹੁਣ ਬਖਸ਼ਿਸ਼ ਕਰਦੇ ਹਨ ਕਿ ਇਬਾਦਤ ਕਦੋਂ ਸ਼ੁਰੂ ਕੀਤੀ ਜਾਏ। ਹੁਣ ਕੁਦਰਤੀ ਹੈ ਕਿ ਮਨੁੱਖ ਹਰੇਕ ਵਿਸ਼ੇ ਦੇ ਸੰਬੰਧ ਵਿੱਚ ਆਪਣੀ ਜਿਗਿਆਸਾ ਜਾਂ ਆਪਣਾ ਸਵਾਲ ਰੱਖਦਾ ਹੈ। ਲਗਭਗ ਬੜੇ ਜਿਗਿਆਸੂਆਂ ਦਾ, ਸਾਧਕਾਂ ਦਾ ਐਸਾ ਪ੍ਰਸ਼ਨ ਰਹਿੰਦਾ ਕਿ ਇਬਾਦਤ ਦਾ ਸਭ ਤੋਂ ਚੰਗਾ ਵੇਲਾ ਕਿਹੜਾ ਹੈ। ਤਾਂ ਜਿਹੜੇ ਅਧਿਆਤਮਿਕ ਪੁਰਸ਼ ਆਖਦੇ ਹਨ ਕਿ ਜੀਵਨ ਦਾ ਸਭ ਤੋਂ ਚੰਗਾ ਵੇਲਾ ਅਧਿਆਤਮਿਕ ਸਾਧਨਾ ਦੇ ਲਈ ਉਹ ਹੈ ਜਦੋਂ ਸਾਡਾ ਮਨੁੱਖਾ ਆਕਾਰ ਨੂੰ ਪਾ ਕੇ, ਬੁੱਧੀ ਦੀ ਚੇਤਨਾ ਪਾ ਕੇ ਇਸ ਸੰਸਾਰ ਵਿੱਚ ਪ੍ਰਵੇਸ਼ ਹੋਇਆ ਹੈ। ਦੁਨੀਆ ਦੀਆਂ ਕਿੰਨੀਆਂ ਜੂਨਾਂ ਹਨ, ਉਹਨਾਂ ਜੂਨਾਂ ਕੋਲੋਂ ਕਿਸੇ ਨਾ ਕਿਸੇ ਪੱਖ ਤੋਂ ਮਨੁੱਖ ਨਾਲੋਂ ਅੱਗੇ ਹਨ। ਜਿਤਨੀਆਂ ਵੀ ਜੂਨਾਂ ਹਨ, ਕੋਈ ਸੁੰਦਰਤਾ ਦੇ ਵਿੱਚ ਅੱਗੇ ਹੈ, ਕੋਈ ਬਲ ਵਿੱਚ ਅੱਗੇ ਹੈ, ਕੋਈ ਆਕਾਰ ਕਰਕੇ ਵਿਸ਼ਾਲ ਹੈ, ਕੋਈ ਆਪਣੀ ਰਫਤਾਰ ਕਰਕੇ ਮਨੁੱਖ ਤੋਂ ਅੱਗੇ ਹੈ। ਉਹ ਜੂਨਾਂ ਕਿਸੇ ਨਾ ਕਿਸੇ ਪੱਖ ਵਿੱਚ ਮਨੁੱਖ ਤੋਂ ਬੜੀਆਂ ਅੱਗੇ ਹਨ, ਪਰ ਫਿਰ ਵੀ ਮਨੁੱਖ ਜੂਨ ਅਜਿਹੀ ਹੈ ਜਿਹੜੀ ਆਪਣੀ ਅਕਲ ਦਾ, ਆਪਣੀ ਚੇਤਨਾ ਦਾ, ਆਪਣੀ ਬੁੱਧ ਦਾ, ਆਪਣੀ ਜਿਹੜੀ ਯਾਦਾਸ਼ਤ ਹੈ ਜਾਂ ਆਪਣੇ ਜੀਵਨ ਦੀ ਜਿਤਨੀਆਂ ਵੀ ਕਿਰਿਆਵਾਂ ਹਨ ਉਹਨਾਂ ਨੂੰ ਇੱਕ ਚੰਗੇ ਸਾਂਚੇ ਦੇ ਵਿੱਚ ਢਾਲ ਕੇ ਉਹਦਾ ਉੱਚਤਮ ਪ੍ਰਯੋਗ ਕਰ ਸਕਦੀ। ਇਸ ਕਰਕੇ ਅਧਿਆਤਮ ਪੁਰਖਾਂ ਨੇ ਕਿਹਾ ਕਿ ਸਾਡੇ ਜੀਵਨ ਦਾ, ਸਾਡਾ ਮਨੁੱਖਾ ਜਨਮ ਹੀ ਹੋਣਾ ਪਹਿਲਾ ਅੰਮ੍ਰਿਤ ਵੇਲੇ ਵਾਂਗ ਹੈ ਔਰ ਸਭ ਤੋਂ ਪ੍ਰਮੁੱਖ ਵੇਲਾ ਇਹੀ ਹੈ। ਹੁਣ ਮਨੁੱਖ ਦੇ, ਪਸ਼ੂ ਦੇ ਪਾਸ ਵੀ ਜ਼ੁਬਾਨ ਹੈ, ਉਹ ਵੀ ਆਪਣੀ ਜ਼ੁਬਾਨ ਦੇ ਨਾਲ ਚੀਕ ਮਾਰਦਾ, ਆਵਾਜ਼ ਕੱਢਦਾ ਹੈ, ਪਰ ਨਾ ਉਹਦੀ ਆਵਾਜ਼ ਸ਼ਬਦ ਬਣਦੀ ਹੈ, ਨਾ ਕਿਸੇ ਨੂੰ ਸਮਝ ਪੈਂਦੀ ਹੈ। ਪਸ਼ੂ ਵੀ ਕੁਝ ਘੜੀਆਂ ਇੱਕ ਜਗ੍ਹਾ ਟਿਕ ਕੇ ਬੈਠ ਜਾਂਦਾ ਹੈ, ਗੱਲ ਨੂੰ ਸੁਣ ਸਕਦਾ ਹੈ, ਸਾਡੀ ਗੱਲ ਉਸ ਤੱਕ ਪਹੁੰਚ ਸਕਦੀ ਹੈ,
ਪਰ ਅਗਰ ਇਹਨੂੰ ਸੁਣ ਵੀ ਲੈਂਦਾ ਤਾਂ ਉਹ ਕਿਸ ਤਰ੍ਹਾਂ ਦੇ ਅਮਲ ਵਿੱਚ ਢਾਲ ਸਕੇਗਾ, ਕਿਉਂਕਿ ਉਹ ਤਾਂ ਹੈ ਹੀ ਐਸੀ ਜੂਨ ਦੇ ਵਿੱਚ ਕਿ ਦੁਬਾਰਾ ਉਹਦੇ ਕਰਮ ਮਨੁੱਖਾਂ ਵਾਂਗ ਪ੍ਰਵਿਰਤ ਨਹੀਂ ਹੋ ਸਕਦੇ। ਇਸ ਕਰਕੇ ਅਧਿਆਤਮ ਪੁਰਸ਼ਾਂ ਨੇ ਕਿਹਾ ਕਿ ਮਨੁੱਖਾ ਜੀਵਨ ਹੋਣਾ ਅਤੇ ਰੱਬੀ ਚੇਤਨਤਾ ਨੂੰ ਪਾ ਕੇ ਸਿਫਤ ਸਲਾਹ ਦੇ ਮਾਰਗ ਨਾਲ ਚੱਲਣਾ, ਇਹੀ ਜੀਵਨ ਦਾ ਸਭ ਤੋਂ ਵੱਡਾ ਅੰਮ੍ਰਿਤ ਵੇਲਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਕਿ ਪ੍ਰਥਮ ਤੌਰ 'ਤੇ ਸਾਨੂੰ ਇਸ ਵੇਲੇ ਦੀ ਪਛਾਣ ਹੋਵੇ ਕਿ ਸਾਡਾ ਜਨਮ ਕਿਸੇ ਵੱਡੇ ਕਾਰਨ ਦੇ ਲਈ ਹੋਇਆ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਤੋਂ ਇਲਾਵਾ ਫਿਰ ਜਿਹੜਾ ਪ੍ਰਕਿਰਤੀ ਵਿੱਚ ਨੇਮ ਚੱਲਦਾ ਹੈ, ਕੁਦਰਤੀ ਪ੍ਰਕਿਰਤੀ ਦੇ ਵਿੱਚ ਨੇਮ ਚੱਲਦਾ ਹੈ, ਚਾਹੇ ਭਾਰਤ ਹੋਵੇ, ਪੂਰਬ ਹੋਵੇ, ਪੱਛਮ ਹੋਵੇ, ਉੱਤਰ ਦੱਖਣ ਕੋਈ ਵੀ ਹੋਵੇ, ਹਰੇਕ ਦੇਸ਼ ਦੀ, ਹਰੇਕ ਮੁਲਕ ਦੀ ਜਿਹੜੀ ਬਾਸ਼ਿੰਦੇ ਹਨ, ਉੱਥੋਂ ਦੀ ਵਸੋਂ ਹੈ, ਉਹ ਆਪਣੇ ਜੀਵਨ ਦੀ ਕਿਰਿਆ ਨੂੰ ਦਿਨ ਦੇ ਉਦੈ ਹੋਣ ਨਾਲ ਸ਼ੁਰੂ ਕਰਦੀ ਹੈ। ਕੁਦਰਤੀ ਹੈ, ਕਿਸੇ ਵੀ ਮੁਲਕ ਦਾ ਜੀਵਨ ਵਾਚ ਲਿਆ ਜਾਵੇ, ਉਹਨਾਂ ਦੇ ਜੀਵਨ ਦਾ ਆਰੰਭ ਉਦੋਂ ਹੁੰਦਾ ਹੈ ਜਦੋਂ ਸੂਰਜ ਉਦੈ ਹੁੰਦਾ, ਉਹਨਾਂ ਦੀ ਦਿਨ ਚਰਿਆ ਉਦੋਂ ਸ਼ੁਰੂ ਹੁੰਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਮੁੱਚੇ ਜਗਤ ਦਾ ਨਿਜ਼ਾਮ ਦਿਨ ਦੇ ਉਦੈ ਹੋਣ ਨਾਲ ਚੱਲ ਰਿਹਾ ਹੈ। ਇਸ ਕਰਕੇ ਤੇਰਾ ਇਹ ਪ੍ਰਸ਼ਨ ਵੀ ਇਸੇ ਨਾਲ ਜੁੜਦਾ ਹੈ ਕਿ ਤੇਰੀ ਇਬਾਦਤ ਦਾ ਜਿਹੜਾ ਸਿਲਸਿਲਾ ਹੈ, ਤੇਰੀ ਬੰਦਗੀ ਦਾ ਜਿਹੜਾ ਕਰਮ ਹੈ, ਉਹ ਵੀ ਦਿਨ ਦੇ ਉਦੈ ਹੋਣ ਨਾਲ ਹੋਣਾ ਚਾਹੀਦਾ। ਪਰ ਇਹ ਦਿਨ ਦੇ ਉਦੈ ਹੋਣ ਤੋਂ ਕੁਝ ਪਲ ਪਹਿਲਾਂ ਹੋਣਾ ਚਾਹੀਦਾ, ਕਿਉਂਕਿ ਦੁਨੀਆਦਾਰੀ ਨੇ ਤਾਂ ਕੁਦਰਤੀ ਸੂਰਜ ਦੇ ਉਦੈ ਹੋਣ ਨਾਲ ਉੱਠਣਾ ਹੈ, ਕਿਉਂਕਿ ਉਹਨਾਂ ਨੂੰ ਸੰਸਾਰਕ ਧੰਦਿਆਂ ਦੀ ਪ੍ਰਵਾਹ ਹੈ, ਆਪਣੇ ਜੀਵਨ ਦਾ ਨਿਰਵਾਹ ਕਰਨਾ ਹੈ, ਹੋਰ ਕਈ ਤਰ੍ਹਾਂ ਦੇ ਸਿਲਸਿਲੇ ਹਨ। ਪਰ ਜੇ ਤੂੰ ਮਾਲਕ ਦਾ ਇਬਾਦਤਗਾਰ ਹੋਣਾ ਹੈ ਤਾਂ ਤੈਨੂੰ ਕੁਝ ਪਹਿਲਾਂ ਪੈਰ ਉੱਠ ਕੇ ਜਿਹੜੀ ਸਾਧਨਾ ਸ਼ੁਰੂ ਕਰਨੀ ਪਏਗੀ। ਤਾਂ ਕਰਕੇ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਉੱਠ ਫਰੀਦਾ ਉਜੂ ਸਾਜ। ਜਿਵੇਂ ਇਸਲਾਮ ਵਾਲੇ ਜਦੋਂ ਕੁਰਾਨ ਦੀ ਤਲਾਵਤ ਕਰਦੇ ਨੇ, ਪਾਠ ਕਰਦੇ ਨੇ, ਜਾਂ ਜਦੋਂ ਨਮਾਜ਼ ਅਦਾ ਕਰਨ ਲੱਗਦੇ ਨੇ, ਉਸ ਤੋਂ ਪਹਿਲਾਂ ਵਜ਼ੂ ਕਰਦੇ ਨੇ। ਵਜ਼ੂ ਦਾ ਮਤਲਬ ਹੈ ਹੱਥ, ਮੂੰਹ, ਪੈਰ, ਕੂਹਣੀਆਂ ਆਦਿਕ ਚੰਗੀ ਤਰ੍ਹਾਂ ਧੋ ਕੇ ਆਪਣੇ ਆਪ ਨੂੰ ਸਵੱਛ ਕਰਨਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉੱਠ ਕੇ ਆਪਣੀ ਵਜ਼ੂ ਦੀ ਕਿਰਿਆ ਨੂੰ ਸਾਧ ਕੇ ਸੁਬਹ ਨਿਵਾਜ਼ ਗੁਜ਼ਾਰ, ਅਤੇ ਜਿਹੜੀ ਤੇਰੀ ਜੀਵਨ ਦੀ ਪ੍ਰਥਮ ਨਮਾਜ਼ ਹੈ ਉਸ ਨੂੰ ਗੁਜ਼ਾਰਨ ਦਾ, ਉਹਦੇ ਵਿੱਚ ਗੁਜ਼ਰਨ ਦਾ, ਉਹਦੇ ਅਨੁਸਾਰ ਹੋਣ ਦਾ ਯਤਨ ਕਰ। ਅਗਰ ਤੂੰ ਐਸਾ ਨਹੀਂ ਕਰਦਾ ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਇਬਾਦਤ ਵਿੱਚ ਝੁਕਿਆ ਨਹੀਂ, ਜਿਹੜੇ ਸਿਰ ਨੇ ਖੁਦਾ ਦੀ ਹਸਤੀ ਦਾ ਇਕਬਾਲ ਕਰਕੇ ਉਹਨੂੰ ਆਪਣਾ ਸਜਦਾ ਨਹੀਂ ਕੀਤਾ, ਜਿਹੜਾ ਮਸੀਤ ਦੀ ਸਰਦਲ 'ਤੇ ਜਾ ਕੇ ਸੀਸ ਝੁਕਿਆ ਨਹੀਂ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਸਿਰ ਦੇ ਨਾ ਝੁਕਣ ਦੇ ਜਗਤ ਨੂੰ ਬੜੇ ਨੁਕਸਾਨ ਹਨ, ਖੁਦ ਆਪਣੇ ਜੀਵਨ ਦੀ ਵੀ ਬੜੀ ਭਾਰੀ ਹਾਨੀ ਹੈ। ਇਸ ਕਰਕੇ ਇਹ ਅਜਿਹੇ ਸਿਰ ਜਿਹੜੇ ਹਨ ਕੱਪ ਉਤਾਰ, ਮੋਢਿਆਂ ਦੇ ਸਹਿਤ ਹੀ ਉਤਾਰ ਦੇਣੇ ਚਾਹੀਦੇ ਹਨ। ਭਾਵ ਕਿ ਇਹਨਾਂ ਦਾ ਜੀਵਨ, ਅਜਿਹੇ ਸਿਰਾਂ ਦਾ ਜੀਵਨ ਜਗਤ ਵਿੱਚ ਨਹੀਂ ਚੱਲਣਾ ਚਾਹੀਦਾ। ਹੁਣ ਬਾਬਾ ਫਰੀਦ ਸਾਹਿਬ ਜੀ ਇਹਦੇ ਵਿੱਚ ਸਾਨੂੰ ਲੱਗਦਾ ਹੋਏਗਾ ਕਿ ਉਹਨਾਂ ਦੀ ਸੁਰ ਜਿਹੜੀ ਹੈ ਉਹ ਥੋੜ੍ਹੀ ਸਖਤ ਕਿਸਮ ਦੀ ਹੈ, ਪਰ ਇਹਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਇੱਕ ਗਹਿਰੀ ਰਮਝ ਦੱਸੀ ਹੋਈ ਹੈ ਕਿ ਜੋ ਸਿਰ ਸਾਈਂ ਨਾ ਨਿਵੈ, ਜਿਨ੍ਹੇ ਕੁੱਲ ਮਾਲਕ ਦੀ ਹਸਤੀ ਨੂੰ ਪ੍ਰਵਾਨ ਨਹੀਂ ਕੀਤਾ, ਉਹਦਾ ਸਿਰ ਨਾ ਝੁਕਾਉਣ ਦਾ ਮਤਲਬ ਹੈ ਉਹ ਆਪਣੀ ਹਉਮੈ ਭਰੀ ਹਸਤੀ ਖੜੀ ਕਰੇਗਾ, ਜਿਹਦੇ ਨਾਲ ਜਗਤ ਵਿੱਚ ਤਣਾਅ ਬਣਨਗੇ, ਜਗਤ ਵਿੱਚ ਉਪਦਰਵ ਬਣੇਗਾ, ਜਗਤ ਦੇ ਵਿੱਚ ਜਿਹੜੀ ਮਨੁੱਖ ਦੀ ਹਉਮੈ ਪੈਦਾ ਹੋਣ ਦੇ ਨਾਲ ਸੈਂਕੜੇ ਕਿਸਮ ਦੇ ਝਗੜੇ ਪੈਦਾ ਹੋਣਗੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਜੋ ਸਿਰ ਸਾਈਂ ਨਾ ਨਿਵੈ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਸਾਨੂੰ ਦੀਨੀ ਹੋਣ ਦੇ ਲਈ ਵੀ ਕਿਹਾ ਹੈ। ਦੀਨੀ ਦਾ ਭਾਵ ਇਹ ਹੈ ਕਿ ਜੀਵਨ ਦੇ ਬਾਕੀ ਸਾਰੇ ਕਾਰਜ ਸਮੇਂ ਸਿਰ ਕਰਦੇ ਹਾਂ, ਇਬਾਦਤ ਵਾਰੀ ਮਨੁੱਖ ਦੇ ਅੰਦਰ ਢਿੱਲ ਵਰਤ ਜਾਂਦੀ ਹੈ। ਔਰ ਇੱਕ ਨੁਕਤਾ ਇਹਦੇ ਵਿਚਲਾ ਇਹ ਵੀ ਹੈ ਕਿ ਸਾਨੂੰ ਬਹੁਤ ਵਾਰੀ ਦੇਖਿਆ ਮੈਂ ਆਪਣੇ ਨਿੱਜੀ ਅਭਿਆਸ ਦੇ ਨਾਲ, ਸੈਂਕੜੇ ਸਾਲ ਮਨੁੱਖ ਆਪਣੀ ਇਬਾਦਤ ਦਾ ਕਰਮ ਕਰਦਾ ਰਹੇ, ਉਹਨੂੰ ਇਹ ਪਛਾਣ ਹੀ ਨਹੀਂ ਹੁੰਦੀ ਕਿ ਮੇਰੀ ਇਬਾਦਤ ਦਾ ਕਰਮ ਮੇਰੇ ਜੀਵਨ 'ਚ ਕੀ ਰੋਲ ਨਿਭਾ ਰਿਹਾ। ਹੁਣ ਕੁਦਰਤੀ ਇੱਕ ਮਜ਼ਦੂਰ ਦਿਹਾੜੀ ਲਗਾਉਂਦਾ, ਉਹਦੇ ਕੋਲ 400-500 ਰੁਪਇਆ ਹੁੰਦਾ ਹੈ, ਉਹਨੂੰ ਸਮਝ ਹੈ ਕਿ ਮੇਰੀ 8 ਘੰਟੇ ਦੀ ਮਿਹਨਤ ਦਾ ਮੁੱਲ 400-500 ਰੁਪਇਆ ਹੈ ਅਤੇ ਇਹਦਾ ਮਤਲਬ ਮੇਰੇ ਜੀਵਨ ਦੀਆਂ ਲੋੜਾਂ ਪੂਰੀਆਂ ਹੋਣੀਆਂ। ਇੱਕ ਵਪਾਰੀ ਕਾਰੋਬਾਰ ਕਰਦਾ, ਉਹਨੂੰ ਵੀ ਆਪਣੇ ਕਾਰੋਬਾਰ ਦਾ ਅਰਥ ਪਤਾ ਹੈ। ਜਿਹੜੇ ਇਬਾਦਤਗਾਰ ਮਨੁੱਖ ਹਨ, ਬੰਦਗੀ ਕਰਨ ਵਾਲੇ ਹਨ, ਦੀਨੀ ਕਰਮ ਕਰਨ ਵਾਲੇ ਹਨ,
ਕਈ ਵਾਰ ਐਸਾ ਤਰਾਸਦੀ ਵਾਪਰ ਜਾਂਦੀ ਹੈ ਕਿ ਬੜੇ ਦਹਾਕਿਆਂ ਭਾਰੇ ਕਰਮ ਕਰਨ ਤੋਂ ਬਾਅਦ ਪਤਾ ਨਹੀਂ ਹੈ ਕਿ ਇਸ ਕਰਮ ਦਾ ਅਰਥ ਕੀ ਹੈ, ਜਾਂ ਇਹ ਕਰਮ ਮੇਰੀ ਜ਼ਿੰਦਗੀ 'ਚ ਕੀ ਭੂਮਿਕਾ ਨਿਭਾ ਰਿਹਾ ਹੈ। ਅਣਜਾਣ ਚੱਲੇ ਜਾ ਰਹੇ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਉਜੂ ਸਾਜ ਸੁਬਹ ਨਿਵਾਜ ਗੁਜ਼ਾਰ। ਹੁਣ ਸੂਫੀਆਂ ਨੇ ਬੜਾ ਕਮਾਲ ਦੇ ਸੰਕਲਪ ਬਣਾਏ ਨੇ। ਉਹ ਆਖਦੇ ਹਨ ਉਜੂ ਸਾਜ ਦਾ ਭਾਵ ਹੁਣ ਇਸ ਕਰਕੇ ਕਦੇ ਦੁਨੀਆ ਦੇ ਸਾਰੇ ਪੰਥਾਂ ਨੂੰ ਵਾਚ ਲੈਣਾ। ਹਰੇਕ ਪੰਥ ਨੇ ਦਿਨ ਦੇ ਉਦੈ ਹੋਣ ਦੇ ਨਾਲ ਜਿਹੜੀ ਹੈ ਆਪਣੀ ਇਬਾਦਤ ਦੀ ਸ਼ੁਰੂਆਤ ਮੰਨੀ ਹੈ। ਹਰੇਕ ਪੰਥ ਨੇ। ਆਪ ਜੀ ਸਨਾਤਨ ਮੱਤ ਵਾਲੇ ਦੇਖੋ, ਇੱਕ ਪਾਸੇ ਜਦੋਂ ਰਾਤ ਅਸਤ ਹੋ ਰਹੀ, ਦੂਜੇ ਪਾਸੇ ਦਿਨ ਉਦੈ ਹੋ ਰਿਹਾ ਹੁੰਦਾ ਹੈ, ਉਹਨੂੰ ਪ੍ਰਥਮ ਸੰਧਿਆ ਆਖਦੇ ਹਨ। ਉਸ ਵੇਲੇ ਦੇ ਵਿੱਚ ਪੂਜਾ ਅਰਚਨਾ ਦੇ ਕਰਮ ਨੂੰ, ਸੂਰਜ ਨੂੰ ਅਰਘ ਦੇਣਾ, ਇਹ ਸਾਰੀਆਂ ਕਿਰਿਆਵਾਂ ਉਹਨਾਂ ਦੇ ਧਰਮ ਵਿੱਚ ਸ਼ਾਮਲ ਨੇ। ਸਿੱਖ ਰੀਤੀ ਦੇ ਵਿੱਚ ਵੀ ਅੰਮ੍ਰਿਤ ਵੇਲੇ ਦੀ ਪ੍ਰਮੁੱਖਤਾ ਹੈ। ਇਸਲਾਮ ਦੇ ਵੇਲੇ ਵਿੱਚ ਵੀ ਜਦੋਂ ਦਿਨ ਦਾ ਉਜਾਲਾ ਹੋਣ ਦਾ ਹੈ, ਉਦੋਂ ਨਮਾਜ਼ ਦਾ ਵਿਧਾਨ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਕੁੱਲ ਦੁਨੀਆ ਦੀ ਇਬਾਦਤ ਜਿਹੜੀ ਦਿਨ ਦੇ ਉਦੈ ਹੋਣ ਨਾਲ ਚੱਲਦੀ ਹੈ। ਉਜੂ ਸਾਜ ਦਾ ਮਤਲਬ ਹੈ ਕਿ ਜਿਵੇਂ ਨਮਾਜ਼ ਤੋਂ ਪਹਿਲਾਂ ਵੁਜੂ ਕੀਤਾ ਜਾਂਦਾ ਹੈ। ਕਹਿੰਦੇ ਤੇਰਾ ਵੁਜੂ ਦਾ ਭਾਵ ਇਹ ਹੈ ਕਿ ਤੇਰਾ ਗਹਿਰਾ ਸੰਕਲਪ ਹੋਣਾ ਚਾਹੀਦਾ ਹੈ। ਜਿਵੇਂ ਵੁਜੂ ਦੌਰਾਨ ਹੱਥ ਮੂੰਹ ਧੋਂਦੇ ਹਾਂ, ਇਹਦਾ ਭਾਵ ਹੈ ਕਿ ਤੂੰ ਇਬਾਦਤ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਵੁਜੂ ਕਰਨ ਦਾ ਅਰਥ ਹੈ ਕਿ ਤੂੰ ਇਹ ਪ੍ਰਣ ਕਰ ਰਿਹਾ ਹੈ ਕਿ ਤੂੰ ਜਿਹੜਾ ਪਵਿੱਤਰ ਕਰਮ ਕਰਨ ਲੱਗਾ ਹੈ, ਉਸ ਪਵਿੱਤਰ ਕਰਮ ਦਾ ਜੋ ਵੀ ਆਛਾ ਹੈ ਉਹਨੂੰ ਧਾਰਨ ਕਰਨ ਦੇ ਲਈ ਪੂਰੀ ਤਰ੍ਹਾਂ ਯੋਗ ਹੈ। ਹੁਣ ਕੁਦਰਤੀ ਇੱਕ ਵਿਦਿਆਰਥੀ ਸਕੂਲ ਵਿੱਚ ਪ੍ਰਵੇਸ਼ ਕਰੇ ਤਾਂ ਇਹਦਾ ਮਤਲਬ ਉਹਦੇ ਦੋ ਹੀ ਅਰਥ ਨੇ। ਇੱਕ ਤੋਂ ਗਿਆਨ ਪ੍ਰਾਪਤੀ ਚਾਹੁੰਦਾ ਹੈ ਅਤੇ ਪ੍ਰਵੇਸ਼ ਕਰਨ ਦਾ ਮਤਲਬ ਹੈ ਕਿ ਗਿਆਨ ਪ੍ਰਾਪਤੀ ਦੀ ਉਹਦੇ ਅੰਦਰ ਭਾਵਨਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੁਜ਼ੂ ਕਰਨ ਦਾ ਮਤਲਬ ਹੈ ਕਿ ਜਿਹੜਾ ਪਵਿੱਤਰ ਕਰਮ ਕਰਨ ਦੇ ਲਈ ਤੂੰ ਬਹਿਣ ਲੱਗਾ ਹੈ, ਚਾਹੇ ਨਮਾਜ਼ ਕਰਨ ਲੱਗਾ ਹੈ, ਚਾਹੇ ਕੁਰਾਨ ਪੜ੍ਹਨ ਲੱਗਾ ਹੈ, ਇਹ ਪਵਿੱਤਰ ਕਰਮ ਮੇਰੇ ਜੀਵਨ 'ਚ ਢਲ ਜਾਵੇ। ਇਸ ਕਰਕੇ ਮੈਂ ਦੋਹਰੀ ਸੁੱਚਮਤ ਧਾਰਨ ਕਰ ਰਿਹਾ। ਸਰੀਰ ਦੀ ਮੇਰੇ ਨਾਲ ਬਾਹਰੀ ਤੌਰ 'ਤੇ ਸੰਭਵ ਹੈ ਜਲ ਦੇ ਨਾਲ ਧੋ ਕੇ, ਉਹ ਧਾਰਨ ਕਰ ਲਈ ਹੈ। ਅਤੇ ਹੁਣ ਜਿਹੜਾ ਅਗਲਾ ਕਰਮ ਹੈ ਉਹ ਮੈਨੂੰ ਗਿਆਨ ਦੇ ਨਾਲ, ਭਗਤੀ ਦੇ ਨਾਲ ਸੁੱਚਤਮ ਦੇ ਅਰਥ ਵਿੱਚ ਲਿਆਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਜ ਦਾ ਮਤਲਬ ਉਹਦਾ ਠੀਕ ਤਰੀਕੇ ਨਾਲ ਅਭਿਆਸ ਕਰ, ਕਿ ਤੈਨੂੰ ਪਤਾ ਹੋਵੇ ਕਿ ਜਿਹੜਾ ਤੂੰ ਕਰਮ ਕਰ ਰਿਹਾ, ਨਮਾਜ਼ ਦੇ ਵਿੱਚ ਜਿਸ ਚੀਜ਼ ਦੀ ਆਰਾਧਨਾ ਕਰ ਰਿਹਾ ਹੈ, ਜਾਂ ਪਾਠ ਕਰਦਿਆਂ ਜਿਹੜਾ ਕਰਮ ਕਰ ਰਿਹਾ ਹੈ, ਅਤੇ ਤੈਨੂੰ ਇਹ ਪੂਰਾ ਪਤਾ ਹੋਵੇ ਕਿ ਇਹਦਾ ਅਰਥ ਜਿਵੇਂ ਬਾਹਰੀ ਤੌਰ 'ਤੇ ਉਜੂ ਕੀਤਾ ਹੈ ਅਤੇ ਉਹਨੇ ਮੇਰੇ ਹੱਥਾਂ ਪੈਰਾਂ ਨੂੰ ਨਿਰਮਲ ਸਾਫ਼ ਕਰ ਦਿੱਤਾ ਹੈ, ਮੈਲ ਤੋਂ ਰਹਿਤ ਕਰ ਦਿੱਤਾ ਹੈ, ਧੂੜ ਮਿੱਟੀ ਤੋਂ ਮੁਕਤ ਕਰ ਦਿੱਤਾ ਹੈ, ਇੰਝ ਹੀ ਜਿਹੜਾ ਤੂੰ ਅੱਗੇ ਨਮਾਜ਼ ਦਾ ਜਾਂ ਕੁਰਾਨ ਪੜ੍ਹਨ ਦਾ ਜਾਂ ਬੰਦਗੀ ਦਾ ਕਰਮ ਕਰਨ ਬੈਠਣਾ ਹੈ, ਉਹਨੇ ਤੇਰੇ ਅੰਤਰੀਵ ਨੂੰ ਪਵਿੱਤਰ ਕਰਨਾ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਤੈਨੂੰ ਇਹ ਸਮਝ ਆ ਗਈ ਤਾਂ ਤੇਰਾ ਕਰਮ ਬੜੀ ਉਚਾਈ 'ਤੇ ਚਲਿਆ ਜਾਏਗਾ। ਅਗਰ ਨਹੀਂ ਆਈ, ਜੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੇ ਸਮਝ ਵੀ ਨਾ ਆਈ ਅਤੇ ਕਰਮ ਵੀ ਨਾ ਕੀਤਾ, ਅਤੇ ਅਜਿਹੇ ਜਿਹੜੇ ਸਿਰ ਹਨ ਕੱਟ ਕੇ ਉਤਾਰ ਦੇਣ ਦੇ ਯੋਗ ਹਨ ਕਿਉਂ? ਹੁਣ ਕੁਦਰਤੀ ਮਨੁੱਖ ਪੁੱਛੇਗਾ ਕਿ ਇਹ ਸਖਤ ਸੁਰ ਲੱਗਦੀ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਐਸਾ ਹੈ ਕਿ ਜਿਹੜੇ ਬੰਦੇ ਇਬਾਦਤ ਵਿੱਚ ਢਲ ਜਾਂਦੇ ਨੇ, ਉਹਨਾਂ ਕੋਲ ਆਪਣੇ ਆਪ ਦੀ ਪਛਾਣ ਦਾ ਢੰਗ ਆ ਜਾਂਦਾ ਹੈ। ਜਿਹੜੇ ਬੰਦੇ ਇਬਾਦਤ ਵਿੱਚ ਨਹੀਂ ਜੁੜਦੇ, ਉਹ ਜ਼ਿੰਦਗੀ ਭਰ ਆਪਣੇ ਆਪ ਤੋਂ ਬੇਖਬਰ ਰਹਿੰਦੇ ਹਨ, ਅਤੇ ਬੇਖਬਰ ਰਹਿੰਦਿਆਂ ਜੀਵਨ ਦੇ ਵਿੱਚ ਕਿੰਨਾ ਕੁਝ ਗਲਤ ਸਹੀ ਕਰ ਗਏ ਹਨ। ਇਸ ਗੱਲ ਦਾ ਉਹਨਾਂ ਕੋਲੋਂ ਨਾ ਤਾਂ ਮੁਲਾਂਕਣ ਹੁੰਦਾ, ਨਾ ਵਿਸ਼ਲੇਸ਼ਣ ਹੁੰਦਾ, ਅਤੇ ਨਾ ਹੀ ਇਹਦੇ ਪ੍ਰਤੀ ਉਹ ਚੇਤੰਨ ਹੁੰਦੇ ਹਨ। ਹੁਣ ਕੁਦਰਤੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਜੋ ਸਿਰ ਸਾਈਂ ਨਾ ਨਿਵੈ। ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦੇ ਵਿੱਚ ਜ਼ਿਕਰ ਆਇਆ ਸੀ, ਮਤ ਸ਼ਰਮਿੰਦਾ ਥੀ ਵਹੀ ਸਾਈਂ ਦੈ ਦਰਬਾਰ। ਜ਼ਿਕਰ ਆਇਆ ਸੀ ਬਾਬਾ ਫਰੀਦ ਸਾਹਿਬ ਜੀ ਦਾ ਕਿ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ। ਹੁਣ ਕੁਦਰਤੀ ਹੈ, ਅਸੀਂ ਦੁਨੀਆਦਾਰੀ ਦੇ ਤਲ 'ਤੇ ਗਲਤ ਕਰਮ ਕਰ ਲਈਏ ਨਾ, ਤਾਂ ਕੁਦਰਤੀ ਐਸੀਆਂ ਦਲੀਲਾਂ ਵੀ ਮਿਲ ਜਾਂਦੀਆਂ ਨੇ ਕਿ ਉਸ ਕਰਮ ਨੂੰ ਠੀਕ ਠਹਿਰਾ ਲੈਂਦੇ ਹਾਂ, ਔਰ ਦੁਨੀਆ ਮੰਨ ਵੀ ਜਾਂਦੀ ਹੈ। ਕੁਦਰਤੀ ਚੋਰੀ ਦਾ ਕਰਮ ਕੀਤਾ ਹੋਵੇ ਤਾਂ ਉਹਦੀ ਵੀ ਦਲੀਲ ਬਣ ਜਾਂਦੀ ਹੈ, ਮੇਰੀ ਮਜਬੂਰੀ ਸੀ, ਲੋੜ ਸੀ, ਕਈ ਗੱਲਾਂ ਬੰਦਾ ਕਹਿ ਦਿੰਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੋ ਸਿਰ ਸਾਈਂ। ਇਸ ਕਰਕੇ ਜਿਹੜੇ ਇਬਾਦਤਗਾਰ ਹੁੰਦੇ ਨੇ, ਜਦੋਂ ਵੁਜੂ ਕਰਕੇ ਉਹਨਾਂ ਦਾ ਦਿਲ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦਾ ਸਰੀਰ ਵੀ ਪਵਿੱਤਰ ਅਤੇ ਦਿਲ ਵੀ ਪਵਿੱਤਰ।
ਜਦੋਂ ਉਹ ਪਵਿੱਤਰ ਦਿਲ ਦੇ ਨਾਲ ਰੋਜ਼ ਸੁਬਾਹ ਜਦੋਂ ਦਿਨ ਦਾ ਪਹਿਰ ਉਜਾਲੇ ਹੁੰਦਿਆਂ ਹੋਇਆਂ ਇਬਾਦਤ ਵਿੱਚ ਬੈਠਦੇ ਹਨ ਅਤੇ ਉਦੋਂ ਆਪਣਾ ਦਿਲ ਲੈ ਕੇ ਉਹ ਮਾਲਕ ਦੀ ਹਜ਼ੂਰੀ ਵਿੱਚ ਜਾਂਦੇ ਹਨ। ਜੇ ਉੱਥੇ ਉਹਨਾਂ ਦੀ ਇਕਾਗਰਤਾ ਨਹੀਂ ਬਣ ਰਹੀ, ਜੇ ਉੱਥੇ ਉਹਨਾਂ ਦੀ ਪੂਰੀ ਲਿਵਲੀਨਤਾ ਮਾਲਕ ਦੀ ਇਬਾਦਤ ਨਾਲ ਨਹੀਂ ਬਣ ਰਹੀ, ਤਾਂ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਅੱਜ ਕੱਲ੍ਹ ਦੇ ਜਿਤਨਾ ਜੀਵਨ ਜੀਵਿਆ 24 ਘੰਟੇ ਦਾ, ਉਹਦੇ ਵਿੱਚ ਕੁਝ ਐਸਾ ਕਰਮ, ਕੁਝ ਐਸਾ ਬੋਲਿਆ, ਕਿਹਾ, ਸੁਣਿਆ, ਜਾਣਿਆ ਗਿਆ ਹੈ ਜਿਨ੍ਹਾਂ ਚਿੱਤ ਦੇ ਉੱਪਰ ਮੈਲੀ ਕਿਸਮ ਦਾ ਅਸਰ ਪਾਇਆ ਅਤੇ ਅੱਜ ਪੂਰੀ ਇਕਾਗਰਤਾ ਨਹੀਂ ਬਣ ਰਹੀ। ਫਿਰ ਉਹ ਆਪਣੇ ਆਪ ਨੂੰ ਪਵਿੱਤਰ ਕਰਨ ਦੇ ਲਈ ਉਸ ਹਰੇਕ ਮੰਦ ਕਰਮ ਦਾ ਖਹਿੜਾ ਛੱਡਦੇ ਜਾਂਦੇ ਹਨ ਅਤੇ ਇੱਕ ਸਮਾਂ ਆਉਂਦਾ ਜਦੋਂ ਉਹਨਾਂ ਦਾ ਪੂਰਾ ਜੀਵਨ ਜਿਹੜਾ ਹੈ ਪਵਿੱਤਰ ਹੋ ਜਾਂਦਾ ਹੈ। ਇਹ ਇਬਾਦਤਗਾਰ ਬੰਦਿਆਂ ਦੀ ਹੈ। ਹੁਣ ਕਦੇ ਦਫਾ ਦੇਖਣਾ ਜਿਹੜੇ ਬਿਲਕੁਲ ਜਿਨ੍ਹਾਂ ਨੇ ਸ਼ੁੱਧ ਤਰੀਕੇ ਨਾਲ ਧਰਮ ਨੂੰ ਧਾਰਨ ਕੀਤਾ ਹੋਇਆ, ਉਹ ਜੀਵਨ ਦੇ ਵਿੱਚ ਬੜੀਆਂ ਵਿਪਰੀਤ ਸਥਿਤੀਆਂ ਦੇ ਵਿੱਚ ਚੱਲਦਿਆਂ ਹੋਇਆਂ ਵੀ ਇੱਕ ਵੱਖਰੀ ਜਿਹੀ ਕਿਸਮ ਦਾ ਜੀਵਨ ਜਿਉਂਦੇ ਹਨ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਕਿ ਉਹ ਆਪਣੇ ਆਪ ਦੀ ਅੰਦਰੂਨ ਨੂੰ ਬਚਾਉਣਾ ਚਾਹੁੰਦੇ ਹਨ। ਉਹਨਾਂ ਨੂੰ ਪਤਾ ਹੈ ਜਗਤ ਨੇ ਹਰ ਸਮੇਂ ਮੈਲ ਹੀ ਦੇਣੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਜੋ ਸਿਰ ਸਾਈਂ ਨਾ ਨਿਵੈ। ਜਦੋਂ ਇਬਾਦਤ ਵਿੱਚ ਜੁੜੇਗਾ, ਹੁਣ ਕਈ ਦਫਾ ਇਹ ਅਨੁਭਵ ਸਾਂਝਾ ਕੀਤਾ ਹੈ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੀ ਸਾਧਨਾ ਕਿੰਨੀ ਕੁ ਅੱਗੇ ਚਲੀ ਗਈ ਹੈ ਜਾਂ ਕਿੰਨੀ ਕੁ ਨਿਰਮਲ ਹੋ ਗਈ ਹੈ। ਸਵੇਰ ਵੇਲੇ ਦਾ ਕੁਝ ਘੜੀਆਂ ਜੁੜ ਕੇ ਬੈਠਣਾ, ਅੰਮ੍ਰਿਤ ਵੇਲੇ ਮੌਨ ਦੀ ਸਥਿਤੀ ਵਿੱਚ ਬੈਠ ਕੇ ਆਪਣੇ ਮਨ ਦਾ ਜਾਇਜ਼ਾ ਲੈਣਾ। ਜੇ ਤਾਂ ਉਹਦੇ ਵਿੱਚ ਕੋਈ ਮਾਇਆ ਦੇ, ਸੰਸਾਰ ਦੇ, ਬਾਹਰੀ ਭਟਕਣ ਦੇ ਜਾਂ ਦਵੈਸ਼ ਦੇ ਖਿਆਲ ਮੌਜੂਦ ਨੇ, ਸਮਝ ਲੈਣਾ ਕਿ ਸਰੀਰ ਅਜੇ ਇਬਾਦਤ ਵਿੱਚ ਬਹਿਣ ਦੇ ਯੋਗ ਹੋ ਗਿਆ ਹੈ, ਮਨ ਅਜੇ ਯੋਗ ਨਹੀਂ ਹੋਇਆ। ਕਿਉਂਕਿ ਸਰੀਰ ਦੀ ਤਾਂ ਚੌਂਕੜੀ ਵੀ ਮਾਰੀ ਹੋਈ ਹੈ, ਲੱਕ ਵੀ ਅਕੜਾਇਆ ਹੋਇਆ ਹੈ, ਨੇਤਰ ਵੀ ਬੰਦ ਹਨ, ਆਲੇ ਦੁਆਲੇ ਕੋਈ ਸ਼ੋਰ ਵੀ ਨਹੀਂ ਹੈ, ਪਰ ਮਨ ਦੇ ਤਲ 'ਤੇ ਸ਼ੋਰ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਜਿਹੜੇ ਇਬਾਦਤ ਵਿੱਚ ਜਾਂਦੇ ਹਨ, ਇਬਾਦਤ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਦੀ ਪਛਾਣ ਹੁੰਦੀ ਹੈ ਅਤੇ ਜਿਹਨੂੰ ਆਪਣੇ ਆਪ ਦੀ ਪਛਾਣ ਹੋਵੇ ਉਹੀ ਬੰਦਾ ਠੀਕ ਸੰਤੁਲਿਤ ਨਾਲ ਢੰਗ ਨਾਲ ਜਗਤ ਵਿੱਚ ਰਹਿ ਸਕਦਾ ਹੈ। ਜਿਹਦਾ ਸਿਰ ਸਾਈਂ ਨੂੰ ਝੁਕਿਆ ਨਹੀਂ, ਜਿਹਦੀ ਮੱਤ ਦਾ ਨਿਰਮਾਣ ਗੁਰੂ ਦੀ ਜਾਂ ਮੁਰਸ਼ਦ ਦੇ ਉਪਦੇਸ਼ ਨਾਲ ਹੋਇਆ ਹੀ ਨਹੀਂ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸੋ ਸਿਰ ਕੱਪ ਉਤਾਰ। ਉਹ ਉਤਾਰ ਦੇਣ ਦੇ ਯੋਗ ਹੈ, ਕਿਉਂਕਿ ਉਹਨਾਂ ਦੀ ਜਿਹੜੀ ਮਾਇਆਵੀ ਮੱਤ ਹੈ ਉਹਨੇ ਸੰਸਾਰ ਦੇ ਵਿੱਚ ਐਸੇ ਨਿਜ਼ਾਮ ਖੜ੍ਹੇ ਕਰ ਦੇਣੇ ਹਨ ਕਿ ਸੰਸਾਰ ਦਾ ਸੰਤੁਲਨ ਨਹੀਂ ਰਹੇਗਾ। ਹੁਣ ਕੁਦਰਤੀ ਇਹਦੇ ਵਿਚਲੀ ਇੱਕ ਹੋਰ ਵੀ ਨੁਕਤਾ ਹੈ। ਜਦੋਂ ਇਬਾਦਤਗਾਰ ਸਿਖਰ 'ਤੇ ਚਲਿਆ ਜਾਂਦਾ, ਉਹਦੇ ਪਾਸ ਅਸੀਮ ਸ਼ਕਤੀਆਂ ਆ ਜਾਂਦੀਆਂ ਹਨ। ਅਸੀਮ ਸ਼ਕਤੀਆਂ ਦਾ ਮਤਲਬ ਉਹ ਸ੍ਰਿਸ਼ਟੀ ਨੂੰ ਜਿਵੇਂ ਚਾਹੇ ਚਲਾ ਸਕਦਾ। ਜਿਹੜਾ ਬੰਦਾ ਇਬਾਦਤਗਾਰ, ਬੰਦਗੀ ਵਾਲਾ, ਭਗਤੀ ਦੇ ਸਿਖਰ 'ਤੇ ਪੁੱਜ ਗਿਆ। ਪਰ ਆਪ ਜੀ ਨੇ ਇਹ ਵੀ ਸੁਣਿਆ ਕਿ ਬੰਦਗੀ ਮਾਲਕ ਦੇ ਨਾਲ ਅਭੇਦ ਹੋਏ ਬੰਦੇ, ਖੁਦਾ ਦਾ ਰੂਪ ਹੋ ਗਏ ਬੰਦੇ ਵੀ ਇੱਕ ਕਰਮ ਐਸਾ ਨਹੀਂ ਕਰਦੇ ਜਿਹੜਾ ਖੁਦਾ ਦੀ ਮਰਜ਼ੀ ਦੇ ਖਿਲਾਫ ਜਾਂਦਾ ਹੋਵੇ। ਪਰ ਦੁਨੀਆਦਾਰ ਦੇ ਪਾਸ ਕੋਈ ਤਾਕਤ ਆ ਜਾਵੇ ਨਾ, ਉਸ ਤਾਕਤ ਦਾ ਉਹ ਬੇਤਹਾਸ਼ਾ ਅਨੈਤਿਕ ਅਧਾਰਮਿਕ ਪ੍ਰਯੋਗ ਕਰਦਾ ਹੈ। ਇੱਕ ਰੱਬੀ ਬੰਦੇ ਕੋਲੋਂ ਬੜੀਆਂ ਸੰਭਾਵਨਾਵਾਂ ਨੇ। ਭਗਤ ਨਾਮਦੇਵ ਜੀ ਦੀ ਬਾਣੀ ਵਿੱਚ ਜ਼ਿਕਰ ਆਉਂਦਾ ਹੈ, ਪਰਮੇਸ਼ਰ ਦੇ ਵਾਕ ਉਹਨਾਂ ਨੂੰ ਹੋਏ, ਕਹੇ ਤਾਂ ਧਰਨ ਇਕੋਡੀ ਕਰੋ, ਕਹੇ ਤਾਂ ਲੇਕਰ ਉੱਪਰ ਧਰੋ, ਕਹੇ ਤਾਂ ਮੋਈ ਗਊ ਦਿਓ ਜੀ ਆਏ, ਸਭ ਕੋਈ ਦੇਖੈ ਪਤੀ ਆਏ। ਕਹਿੰਦੇ ਪਰਮੇਸ਼ਰ ਦੇ ਵਾਕ ਹੋਏ ਭਗਤ ਨਾਮਦੇਵ ਜੀ ਨੂੰ ਕਿ ਤੇਰੇ ਹੁਕਮ ਅਨੁਸਾਰ ਚਾਹੇ ਆ ਰਾਜ ਪੁੱਠਾ ਕਰਦਿਆਂ, ਇਹ ਧਰਤੀ ਟੇਢੀ ਕਰਦਿਆਂ, ਜੋ ਕੁਝ ਕਿਹਾ ਕਰਦਿਆਂ, ਪਰ ਉਹਨਾਂ ਕੁਝ ਨਹੀਂ ਕਿਹਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਨ੍ਹਾਂ ਜਿਹੜੇ ਇਬਾਦਤਗਾਰ ਹੋ ਜਾਂਦੇ ਨੇ, ਜਦੋਂ ਉਹਨਾਂ ਦੇ ਪਾਸ ਅਸੀਮ ਸ਼ਕਤੀਆਂ ਆਉਂਦੀਆਂ ਨੇ, ਉਹ ਤਾਂ ਵੀ ਸਹਿਜ ਵਿੱਚ ਰਹਿੰਦੇ ਹਨ। ਪਰ ਦੂਜੇ ਪਾਸੇ ਇੱਕ ਦੁਨੀਆਦਾਰ ਬੰਦੇ ਕੋਲੋਂ ਜਰਾ ਜਿੰਨੀ ਵੀ ਸਮਰੱਥਾ ਆ ਜਾਵੇ, ਦੂਜੇ ਦੇ ਜੀਵਨ ਦੇ ਡੋਮੀਨੇਟ ਹੋਣ ਦੀ, ਪ੍ਰਭਾਵੀ ਹੋਣ ਦੀ ਜਿਹੜੀ ਹੈ ਕੋਸ਼ਿਸ਼ ਕਰਨ ਲੱਗ ਪੈਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸੋ ਸਿਰ ਕੱਪ ਉਤਾਰ। ਹੁਣ ਕੁਦਰਤੀ ਅਸੀਂ ਇਬਾਦਤ ਦੇ ਵਿੱਚ ਜੁੜਦੇ ਹਾਂ, ਚਾਹੇ ਸ਼ਬਦ ਵਿਚਾਰ ਦੇ ਮਾਧਿਅਮ ਦੁਆਰਾ ਜੁੜਦੇ। ਠੀਕ ਹੈ, ਅਸੀਂ ਦੁਨਿਆਵੀ ਤੌਰ 'ਤੇ ਵਿੱਦਿਆ ਪ੍ਰਾਪਤ ਕੀਤੀ ਹੈ, ਸਾਨੂੰ ਚੰਗੇ ਮੰਦੇ ਦੀ ਸੂਝ ਹੈ ਥੋੜ੍ਹੀ ਬਹੁਤ, ਜਾਂ ਕਹਿ ਲਓ ਕਾਫੀ ਵੀ ਹੋ ਸਕਦੀ ਹੈ। ਪਰ ਜਦੋਂ ਅਸੀਂ ਆਪਣੇ ਸਤਿਗੁਰੂ ਨੂੰ ਸਜਦਾ ਕਰਦੇ ਹਾਂ ਤਾਂ ਸਾਡੇ ਜੀਵਨ ਦਾ ਇੱਕ ਪੱਖ ਇਹ ਜਾਗਦਾ ਹੈ ਕਿ ਠੀਕ ਹੈ, ਸਾਡੇ ਕੋਲ ਦੁਨਿਆਵੀ ਕਿਸਮ 'ਤੇ ਬੜੀ ਅਕਲ ਹੈ, ਪਰ ਅਸੀਂ ਸਜਦਾ ਕਰਕੇ ਇਹ ਪ੍ਰਮਾਣ ਦਿੱਤਾ ਹੈ ਕਿ ਅਸੀਂ ਸਤਿਗੁਰੂ ਦੀ ਮੱਤ ਨੂੰ ਜਾਂ ਸਤਿਗੁਰੂ ਦੀ ਬਾਣੀ ਦੇ ਪ੍ਰਕਾਸ਼ ਦਾ ਜੋ ਗਿਆਨ ਰੂਪ ਹੈ,
ਅਸੀਂ ਉਹਨੂੰ ਸਿਰਮੌਰ ਮੰਨਦੇ ਹਾਂ ਅਤੇ ਇਹਦੀ ਰਹਿਨੁਮਾਈ ਵਿੱਚ ਚੱਲਣਾ ਹੀ ਸਾਡੇ ਜੀਵਨ ਦੀ ਸਫਲਤਾ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹਨੇ ਆਪਣਾ ਜੀਵਨ ਇੰਜ ਚਲਾਇਆ ਹੀ ਨਹੀਂ, ਫਿਰ ਉਹ ਜੀਵਨ ਨੇ ਧਰਤੀ 'ਤੇ ਵੱਡਾ ਕੁਝ ਕੀ ਪੈਦਾ ਕਰਨਾ। ਇਸ ਕਰਕੇ ਸੋ ਸਿਰ ਕੱਪ ਉਤਾਰ, ਉਹ ਉਤਾਰ ਦੇਣ ਦੇ ਯੋਗ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਅੰਮ੍ਰਿਤ ਵੇਲੇ ਦੀ ਮਹਾਨਤਾ ਵੀ ਸ਼ਲੋਕ ਵਿੱਚੋਂ ਸਿੱਧ ਹੁੰਦੀ ਹੈ। ਬਾਣੀ ਜ਼ਿਕਰ ਆਉਂਦਾ, ਚੌਥੈ ਪੈਰ ਸਬਾ ਕੈ ਸੁਰਤਿਆ ਉਪਜੈ ਚਾਓ, ਤਿੰਨ ਦਰਿਆਵਾ ਸਿਓ ਦੋਖਤੀ ਮਨ ਮੁਖ ਸੱਚਾ ਨਾਉ। ਜਾਂ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾਂ 'ਚ ਜ਼ਿਕਰ ਆਉਂਦਾ, ਫਰੀਦਾ ਪਿਛਲ ਰਾਤ ਨਾ ਜਾਗੇ ਓਹੇ, ਜੀਵ ਅੰਦੜੋ ਮੋਏ ਓਹੇ, ਜੈ ਤੇ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਓਹੇ। ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸਮੇਂ 'ਚ ਇੱਕ ਹੋਰ ਨੁਕਤਾ ਆਪਦੇ ਸਨਮੁਖ ਅਰਜ਼ ਕਰਦੇ ਹਨ। ਵਰਤਮਾਨ ਸਮੇਂ ਦੇ ਵਿੱਚ ਦਿਮਾਗੀ ਤਣਾਅ, ਮਾਨਸਿਕ ਤਣਾਅ ਦੀ ਬਿਮਾਰੀ ਦੇ ਨਾਲ ਬੜਾ ਜਗਤ ਪ੍ਰਭਾਵਿਤ ਹੈ, ਕੁਦਰਤੀ ਹੈ। ਹੁਣ ਇਸ ਗੱਲ ਦਾ ਜਿਹੜਾ ਸਿਖਰਲਾ ਪੱਖ ਹੈ ਉਹ ਹੈ ਕਿ ਮਨੁੱਖ ਦਾ ਆਪਣੇ ਆਪ ਤੋਂ ਦੂਰ ਚਲੇ ਜਾਣਾ, ਅਤੇ ਜਿਹੜੀ ਅੰਮ੍ਰਿਤ ਵੇਲੇ ਦੀ ਇਬਾਦਤ ਹੈ ਉਹ ਬੰਦੇ ਨੂੰ ਆਪਣੇ ਆਪ ਦੇ ਨੇੜੇ ਲਿਆਉਂਦੀ ਹੈ। ਆਪਣੇ ਆਪ ਨੇੜੇ ਲਿਆਉਣ ਦਾ ਮਤਲਬ ਕਿ ਕੁਦਰਤੀ ਪਾਠ ਕਰਨ ਬੈਠੇਗਾ, ਜੇ ਪਾਠ ਦੇ ਨਾਲ ਪੂਰੀ ਤਰ੍ਹਾਂ ਇੱਕ ਸੁਰ ਹੋ ਗਿਆ ਤਾਂ, ਜੇ ਅਚੇਤ ਰਿਹਾ ਫਿਰ ਨਹੀਂ ਕਿਹਾ ਜਾ ਸਕਦਾ ਕੁਝ। ਜੇ ਪਾਠ ਦੇ ਨਾਲ ਇੱਕ ਸੁਰ ਹੋ ਗਿਆ ਤਾਂ ਜਿਹੜੀਆਂ ਕਾਰਨਾਂ ਨੂੰ ਲੈ ਕੇ ਜਗਤ ਨੂੰ ਦੋਸ਼ੀ ਠਹਿਰਾ ਰਿਹਾ ਹੈ, ਉਹ ਸਾਰੇ ਕਾਰਨਾਂ ਦੀ ਪਛਾਣ ਆਪਣੇ ਅੰਦਰੋਂ ਹੋ ਜਾਵੇਗੀ, ਆਪੇ ਦੀ ਪਛਾਣ ਅੰਦਰੋਂ ਹੋ ਜਾਏਗੀ। ਜਿਉਂ ਆਪਣੇ ਆਪ ਦੀ ਪਛਾਣ ਕਰੇਗਾ ਫਿਰ ਉਹਨਾਂ ਕਾਰਨਾਂ ਤੋਂ ਮੁਕਤੀ ਤਲਾਸ਼ੇਗਾ ਅਤੇ ਕੁਦਰਤੀ ਤਣਾਅ ਮੁਕਤ ਹੋ ਜਾਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਸੋ ਸਿਰ ਕੱਪ ਉਤਾਰ। ਜੀਵਨ ਤਾਂ ਆਨੰਦ ਦੇ ਸਹਿਤ, ਨਿਰਮਲਤਾ ਦੇ ਸਹਿਤ ਬਣਿਆ ਹੈ, ਪਰ ਜੇ ਇਬਾਦਤ ਦਾ ਮਾਰਗ ਨਾ ਚੁਣਿਆ ਤਾਂ ਕੁਦਰਤੀ ਹੈ ਐਸਾ ਜੀਵਨ ਦੇ ਵਿੱਚ ਕੁਰਾਹੇ ਪੈ ਜਾਏਗਾ, ਅਤੇ ਇਹ ਕੁਰਾਹੇ ਪਿਆ ਜੀਵਨ ਦੂਜਿਆਂ ਦੇ ਲਈ ਵੀ ਸਿਰਦਰਦੀ ਬਣੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸੋ ਸਿਰ ਕੱਪ ਉਤਾਰ। ਇੱਕ ਨਾ ਸਨਾਤਨ ਮੱਤ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ 'ਚ ਘਟਨਾ ਮਿਲਦੀ, ਉਹ ਇਸ ਗੱਲ ਨੂੰ ਸਮਝਣ 'ਚ ਮਦਦ ਕਰ ਸਕਦੀ ਹੈ ਕਿ ਸੋ ਸਿਰ ਕੱਪ ਉਤਾਰ ਦਾ ਮਤਲਬ ਕੀ ਹੁੰਦਾ। ਕਿਸੇ ਦਫਾ ਉਹਨਾਂ ਦੇ ਕੋਲ ਸ਼ਾਇਦ ਇਹ ਵਿਸ਼ਨੂੰ ਜੀ ਦੇ ਸੰਬੰਧ 'ਚ ਮਿਲਦੀ ਹੈ ਕਿ ਇੱਕ ਵਾਰੀ ਨਾਰਦ ਜੀ ਵਿਸ਼ਨੂੰ ਜੀ ਕੋਲ ਗਏ ਅਤੇ ਵਿਸ਼ਨੂੰ ਜੀ ਨੇ ਨਾ ਮੁੱਖ ਮੋੜਿਆ ਹੋਇਆ ਸੀ, ਦੂਜੀ ਤਰਫ ਉਹਨਾਂ ਦੀ ਤਰਫ ਪਿੱਠ ਕੀਤੀ ਹੋਈ ਸੀ। ਉਹ ਕਹਿਣ ਲੱਗੇ ਕਿ ਤੁਸੀਂ ਅੱਜ ਮੇਰੀ ਤਰਫ ਮੂੰਹ ਕਿਉਂ ਨਹੀਂ ਕਰਦੇ। ਉਹ ਕਹਿਣ ਲੱਗੇ, ਕੱਲ੍ਹ ਤੂੰ ਥੱਪੜ ਮਾਰਿਆ ਸੀ ਸਾਡੇ, ਅਤੇ ਸਾਡੀ ਗੱਲ ਲਾਲ ਹੈ ਅਤੇ ਸਾਨੂੰ ਤੇਰੇ ਤੋਂ ਭੈ ਆਉਂਦਾ, ਇਸ ਕਰਕੇ ਅਸੀਂ ਮੁੱਖ ਦੂਜੀ ਤਰਫ ਕੀਤਾ। ਉਹ ਕਹਿਣ ਲੱਗੇ ਨਾਰਦ ਜੀ ਕਿ ਮੈਂ ਕਦੋਂ ਐਸਾ ਕੀਤਾ, ਮੈਂ ਤਾਂ ਕਦੀ ਐਸਾ ਸੋਚ ਵੀ ਨਹੀਂ ਸਕਦਾ, ਜੇ ਸੋਚ ਵੀ ਲਵਾਂ ਤਾਂ ਐਸਾ ਕਰ ਨਹੀਂ ਸਕਦਾ, ਇਸ ਕਰਕੇ ਤੁਸੀਂ ਅਯੋਗ ਗੱਲ ਕਹਿ ਰਹੇ ਹੋ। ਜਦੋਂ ਨਾ ਮੁੱਖ ਘੁਮਾਇਆ ਤਾਂ ਕੁਦਰਤੀ ਉਹਨਾਂ ਦਾ ਮੁੱਖ ਲਾਲ ਸੀ, ਤਾਂ ਕਹਿਣ ਲੱਗੇ ਕਿ ਇਹ ਕਿਵੇਂ, ਮੈਂ ਤਾਂ ਇਸ ਤਰ੍ਹਾਂ ਕੀਤਾ ਨਹੀਂ। ਉਹ ਕਹਿਣ ਲੱਗੇ, ਕੱਲ੍ਹ ਕਿ ਸ਼ਰਧਾ ਵਸ ਕੋਈ ਵਿਸ਼ਨੂੰ ਭਗਤ, ਕੋਈ ਮਾਈ ਸੀ, ਉਹ ਜੋ ਕੁਝ ਵੀ ਸੀ ਉਹ ਸਾਰਾ ਕੁਝ ਜਿਹੜਾ ਸੀ ਵਿਸ਼ਨੂੰ ਜੀ ਨੂੰ ਅਰਪਣ ਕਰਦੀ ਸੀ। ਰੋਟੀ ਖਾਣੀ ਉਹਨੇ ਪਹਿਲਾਂ ਕਹਿਣਾ ਵਿਸ਼ਨੂੰ ਅਰਪਣ, ਕੋਈ ਵੀ ਕਿਰਿਆ ਕਰਨੀ ਵਿਸ਼ਨੂੰ ਅਰਪਣ। ਕੁਦਰਤੀ ਕੂੜਾ ਸੁੱਟ ਰਹੀ ਸੀ, ਉਹਦੇ ਵਿੱਚ ਵੀ ਕਹਿੰਦੀ ਵਿਸ਼ਨੂੰ ਅਰਪਣ। ਨਾਰਦ ਜੀ ਲਾਗੋਂ ਲੰਘ ਰਹੇ ਸਨ, ਉਹਨਾਂ ਦੇਖਿਆ ਕਿ ਪਰਮੇਸ਼ਰ ਨੂੰ ਕੂੜਾ ਅਰਪਣ ਕਰ ਰਹੀ ਹੈ। ਉਹਨਾਂ ਝਿੜਕਿਆ ਅਤੇ ਕੁਦਰਤੀ ਇੱਕ ਦੋ ਥੱਪੜ ਵੀ ਲਗਾ ਦਿੱਤਾ। ਤਾਂ ਕਹਿਣ ਲੱਗੇ, ਤੂੰ ਉਸ ਭਗਤ ਦੇ ਲਗਾਏ, ਇਸ ਕਰਕੇ ਸਾਨੂੰ ਮਿਲਿਆ। ਫਿਰ ਨਾਰਦ ਜੀ ਸੁਚੇਤ ਹੋ ਗਏ, ਉਹਨਾਂ ਨੇ ਖਿਮਾ ਮੰਗੀ। ਹੁਣ ਕੁਦਰਤੀ ਹੈ, ਅਸੀਂ ਸਾਰਾ ਦਿਨ 8-9 ਵਜੇ ਤੋਂ ਬਾਅਦ ਸਾਰਾ ਦਿਨ ਸੰਸਾਰ 'ਚ ਵਿਚਰਨਾ। ਜੇ ਅਸੀਂ ਆਪਣੇ ਸਾਈਂ ਨੂੰ ਬਿਲਕੁਲ ਇਮਾਨਦਾਰ ਹੋਏ ਤਾਂ ਸਾਡੇ ਸਤਿਗੁਰੂ ਦੇ ਜੋ ਵਾਕ ਹਨ ਉਹਨਾਂ ਦੇ ਅਨੁਸਾਰ ਸਾਨੂੰ ਚੱਲਣਾ ਪਏਗਾ। ਜੇ ਨਹੀਂ ਚੱਲਾਂਗੇ ਤਾਂ ਕੱਲ੍ਹ ਜਦੋਂ ਦੁਬਾਰਾ ਆ ਕੇ ਨਤਮਸਤਕ ਹੋਵਾਂਗੇ ਤਾਂ ਸ਼ਰਮਸਾਰੀ ਸਾਡੇ ਪੱਲੇ ਹੋਵੇਗੀ। ਕਿਉਂਕਿ ਜਿੰਨੀ ਕੰਮੀ ਨਾਹੀਂ ਗੁਣ ਵਾਲਾ ਕੰਮ ਕੀਤਾ ਹੈ। ਸਾਨੂੰ ਸਾਡੇ ਸਾਹਿਬ ਨੇ ਹਰੇਕ ਤਰ੍ਹਾਂ ਦੀ ਅਕਲ ਦਿੱਤੀ ਹੈ, ਦੇਖਣ ਤੱਕ ਦੀ ਦਿੱਤੀ ਹੈ, ਪਰ ਤੇਰੇ ਰੂਪ ਨਾ ਪੇਖੈ ਨੇਤਰ, ਇਹ ਸਰਵਣੋ ਮੇਰਿਓ ਸਾਚੈ ਸੁਣਨੈ ਨੋ ਪਠਾਏ। ਜਾਂ ਬਾਣੀ ਦੇ ਵਿੱਚ ਹਰ ਤਰ੍ਹਾਂ ਦਾ ਚੱਲਣ ਦਾ, ਸੁਣਨ ਦਾ, ਦੇਖਣ ਦਾ, ਖਾਣ ਦਾ, ਪੀਣ ਦਾ, ਤਮਾਮ ਤਰ੍ਹਾਂ ਦੀ ਬਾਰੀਕ ਸੋਝੀ ਜਿਹੜੀ ਜੀਵਨ ਨੂੰ ਉਚਾਈ ਵੱਲ ਲਿਜਾਂਦੀ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਇਸ ਸੋਝੀ ਦੇ ਭਾਵ ਨੂੰ ਗ੍ਰਹਿਣ ਕਰਕੇ ਵੀ ਜੀਵਨ ਪਵਿੱਤਰ ਕਿਸਮ ਦਾ ਨਾ ਜੀਵਿਆ ਅਤੇ ਸਵੇਰੇ ਆ ਕੇ ਮਾਲਕ ਦੀ ਨਜ਼ਰ ਸਾਹਮਣੇ ਸ਼ਰਮਸਾਰ ਹੋਵਾਂ। ਅਤੇ ਸ਼ਰਮਸ਼ਾਰੀ ਦਾ ਕੋਈ ਵੀ ਬੰਦਾ ਜੀਵਨ 'ਚ ਸਾਹਮਣਾ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਫਿਰ ਉਹ ਪਵਿੱਤਰ ਕਰਮਾਂ ਦੀ ਤਰਫ ਚੱਲ ਪੈਂਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਿਹਨੇ ਆਪਣਾ ਇਬਾਦਤ ਵਿੱਚ ਚੱਲ ਕੇ ਪਵਿੱਤਰ ਮਾਰਗ ਦੀ ਤਰਫ ਕਦਮ ਨਹੀਂ ਵਧਾਏ, ਫਿਰ ਉਸ ਅਪਵਿੱਤਰ ਜੀਵਨ ਦਾ ਜਗਤ ਨੂੰ ਲਾਭ ਕੀ ਹੈ।
ਸੋ ਸਿਰ ਕੱਪ ਉਤਾਰ, ਉਹ ਤਾਂ ਜੀਵਨ ਖਤਮ ਕਰ ਦੇਣ ਦੇ ਯੋਗ ਹੈ, ਕਿਉਂਕਿ ਉਸ ਜੀਵਨ ਨੇ ਕੁਝ ਧਰਤੀ 'ਤੇ ਚੰਗਾ ਨਹੀਂ ਪੈਦਾ ਹੋਣ ਦੇਣਾ। ਹੁਣ ਕੁਦਰਤੀ ਹੈ, ਰਾਜਨੀਤਿਕ ਤਲ ਦੀ ਗੱਲ ਕਰ ਦੇਵਾਂ ਤਾਂ ਕਿ ਨੁਕਤਾ ਸਪਸ਼ਟ ਹੋ ਜਾਵੇ। ਦੁਨੀਆ ਦੇ ਜਿੰਨੇ ਵੱਡੇ ਰਾਜਨੀਤੀਕਾਰ ਹਨ ਸਾਰੇ ਬੰਦਗੀ ਤੋਂ ਵਿਹੂਣੇ ਨੇ, ਸਾਰੇ ਦੇ ਸਾਰੇ ਤਮਾਮ। ਜਿਤਨਾ ਕੁ ਕਰਦੇ ਨੇ ਉਹ ਵੀ ਦਿਖਾਵੇ ਤਹਿਤ ਕਰਦੇ ਨੇ। ਕਿਉਂਕਿ ਜੇ ਨਾਸਤਿਕ ਸਿੱਧ ਹੋ ਗਏ ਅਤੇ ਜਿਹੜਾ ਉਹਨਾਂ ਦਾ ਥਲੜਾ ਪੱਧਰ ਹੈ ਉਹ ਵੀ ਕੁਝ ਹੋਰ ਤਰ੍ਹਾਂ ਦਾ ਹੈ। ਹੁਣ ਦੁਨੀਆ ਵਿੱਚ ਜਿੰਨਾ ਉਪਦਰਵ ਹੈ ਇਹਨਾਂ ਕਰਕੇ ਹੀ ਹੈ, ਅਤੇ ਇਹ ਸਾਰੇ ਬੰਦਗੀ ਤੋਂ ਵਿਹੂਣ ਨੇ। ਦੂਜਾ, ਦੁਨੀਆ ਦੇ ਜਿੰਨੇ ਉਦਯੋਗਪਤੀ ਹਨ, ਮਟੀਰੀਅਲਿਸਟਿਕ ਕਿਸਮ ਦੇ ਇਨਸਾਨ ਹਨ, ਇਹ ਵੀ ਸਾਰੇ ਇਬਾਦਤ ਤੋਂ ਵਿਹੂਣੇ ਨੇ। ਧਰਮ ਦੁਆਰ 'ਤੇ ਸਜਦਾ ਕਰਨਾ ਜਾਂ ਧਰਮ ਦੀ ਮਰਿਆਦਾ ਦੇ ਅਨੁਸਾਰ ਜੀਵਨ ਦਾ ਨਿਰਵਾਹ ਕਰਨਾ ਇਹਨਾਂ ਦੇ ਜੀਵਨ ਦਾ ਅੰਗ ਨਹੀਂ ਹੁੰਦਾ। ਇਹ ਵੀ ਆਪਣੇ ਮਾਇਆਵੀ ਨਿਜ਼ਾਮਾਂ ਦੇ ਨਾਲ ਜਗਤ ਵਿੱਚ ਅਸੰਤੁਲਨ ਪੈਦਾ ਕਰ ਰਹੇ ਨੇ। ਜਗਤ ਦੇ ਵਿੱਚ ਜਿਹੜੇ ਗਿਆਨੀ ਜਾਂ ਪੰਡਤ ਕਿਸਮ, ਵਿਦਵਾਨ ਕਿਸਮ ਦੇ ਲੋਕ ਨੇ, ਬਹੁਤ ਸਾਰੀ ਮਾਤਰਾ ਇਹਨਾਂ ਵਿੱਚ ਵੀ ਬੰਦਗੀ ਤੋਂ ਵਿਹੂਣਿਆਂ ਦੀ ਹੁੰਦੀ। ਇਸ ਕਰਕੇ ਇਹ ਵੀ ਆਪਣੇ ਗਿਆਨ ਦੇ ਨਾਲ ਜਗਤ ਨੂੰ ਕੁਰਾਏ ਪਾਉਂਦੇ ਨੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੋ ਸਿਰ ਸਾਈਂ ਨਾ ਨਿਵੈ, ਜਿਹਦੀ ਮੱਤ ਨੇ ਮਾਲਕ ਦੇ ਸਾਹਮਣੇ ਖਲੋ ਕੇ ਆਪਣੇ ਅਸਲ ਦਾ ਇਸ਼ਨਾਨ ਕਰਕੇ ਆਪਣੀ ਮੈਲ ਦੀ ਪਛਾਣ ਹੀ ਨਹੀਂ ਕੀਤੀ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਮੈਲ ਤੋਂ ਰਹਿਤ ਹੋਣ ਦਾ ਯਤਨ ਕਿਵੇਂ ਕਰੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਜੋ ਸਿਰ ਸਾਈਂ ਨਾ ਨਿਵੈ, ਜਿਹੜਾ ਸਿਰ ਆਪਣੇ ਅੰਦਰ ਇੰਨਾ ਅਕਲ ਨਹੀਂ ਪੈਦਾ ਕਰ ਸਕਦਾ ਕਿ ਮੈਨੂੰ ਰੋਜ਼ਾਨਾ ਮਾਲਕ ਦੇ ਦਰ 'ਤੇ ਝੁਕਣਾ ਚਾਹੀਦਾ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕੱਪ ਉਤਾਰ। ਅਤੇ ਇੱਕ ਗੱਲ ਦਾ ਨਿਰਣਾ ਜੀਵਨ ਦੇ ਵਿੱਚ ਜਾਣ ਲੈਣਾ, ਜਗਤ ਵਿੱਚ ਜਿੰਨਾ ਅਸੰਤੁਲਨ ਹੈ ਇਹ ਬੰਦਗੀ ਤੋਂ ਵਿਹੂਣੇ ਬੰਦਿਆਂ ਨੇ ਪੈਦਾ ਕੀਤਾ ਹੋਇਆ। ਬੰਦਗੀ ਵਾਲੇ ਬੰਦੇ ਧਰਤੀ ਦੇ ਕਿਸੇ ਕਿਣਕੇ ਨਾਲ ਛੇੜਖਾਨੀ ਕਰਨ ਲੱਗਿਆਂ ਵੀ ਲੱਖਾਂ ਵਾਰੀ ਸੋਚਦੇ ਨੇ ਕਿ ਧਰਤੀ ਦਾ ਆ ਇੱਕ ਕਿਣਕਾ ਹੈ ਨਾ, ਚਾਹੇ ਖਾਕ ਦਾ ਇੱਕ ਕਿਣਕਾ ਹੈ, ਇਹਦੇ ਨਾਲ ਵੀ ਕੋਈ ਹਿਲ ਜੁਲ ਕਰਨੀ ਉਹਨਾਂ ਨੂੰ ਜੀਵਨ ਦੇ ਵਿੱਚ ਵੱਡਾ ਪਾਪ ਲੱਗਦਾ ਹੈ। ਪਰ ਜਿਹੜੇ ਬੰਦਗੀ ਦੇ ਨੁਕਤੇ ਤੋਂ ਉੱਜੜੇ ਹੋਏ ਲੋਕ ਨੇ, ਉਹ ਸਾਰੀ ਧਰਤੀ ਦਾ ਜੀਵਨ ਉਜਾੜ ਕੇ ਆਪਣਾ ਜਸ਼ਨ ਲੱਭਦੇ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਸੋ ਸਿਰ ਕੱਪ ਉਤਾਰ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੀਜੈ ਕਾਏ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਿਹੜਾ ਸਿਰ ਆਪਣੇ ਮੁਰਸ਼ਦ ਨੂੰ, ਅਕਾਲ ਪੁਰਖ ਦੇ ਸਨਮੁਖ ਨਿਵਦਾ ਨਹੀਂ, ਕਹਿੰਦੇ ਫਿਰ ਉਹਦਾ ਕਰੀਏ ਕੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਵੀ ਉਹਦਾ ਪ੍ਰਯੋਗ ਹੈ, ਇਹ ਨਹੀਂ ਕਿ ਉਹਦਾ ਕੋਈ ਕੰਮ ਨਹੀਂ ਹੈ। ਕਹਿੰਦੇ ਉਹਦਾ ਇੱਕ ਪ੍ਰਯੋਗ ਹੋ ਸਕਦਾ, ਉਹਦੀ ਇੱਕ ਵਰਤੋਂ ਹੋ ਸਕਦੀ ਹੈ। ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਈ। ਜਿਹੜੇ ਕੱਪੜਾ ਰੰਗਣ ਵਾਲੇ, ਹੁਣ ਤਾਂ ਹਾਲਤਾਂ ਬਦਲ ਗਈਆਂ ਥੋੜ੍ਹੀਆਂ, ਪਹਿਲਾਂ ਉਹ ਜਿਹੜਾ ਵੱਡਾ ਮਿੱਟੀ ਦਾ ਮੱਟ ਉੱਪਰ ਚੜ੍ਹਾ ਸਕਦੇ ਸਨ ਅਤੇ ਸਾਰਾ ਦਿਨ ਸਾਰੀ ਰਾਤ ਵੀ ਉਹਦੇ ਥੱਲੇ ਅੱਗ ਬਲਦੀ ਰਹਿੰਦੀ ਹੁੰਦੀ। ਇਸ ਕਰਕੇ ਉਹ ਇੱਕ ਲੰਬੀ ਲੱਕੜ ਲਗਾ ਦਿੰਦੇ ਸਨ, ਹੌਲੀ ਹੌਲੀ ਖਿਸਕਾਈ ਜਾਂਦੇ ਸਨ ਅਤੇ ਅੱਗ ਬਲਦੀ ਰਹਿੰਦੀ ਸੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਿਹੜਾ ਸਿਰ ਨਿਵਦਾ ਨਹੀਂ, ਫਿਰ ਉਹਦਾ ਇੱਕ ਪ੍ਰਯੋਗ ਤਾਂ ਹੈਗਾ ਹੈ ਕਿ ਉਹਨੂੰ ਚੁੱਕ ਕੇ ਉਸ ਕੁੰਨੇ ਦੇ ਹੇਠਾਂ ਪਾ ਦਿਓ, ਤਾਂ ਕਿ ਘੱਟੋ ਘੱਟ ਬਾਲਣ ਦੇ ਤਲ 'ਤੇ ਤਾਂ ਪ੍ਰਯੋਗ ਹੋ ਜਾਵੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਬਾਲਣ ਸੰਦੈ ਥਾਏ, ਤਾਂ ਕਿ ਉਹਦਾ ਕੋਈ ਪ੍ਰਯੋਗ ਤਾਂ ਹੋ ਸਕੇ। ਐਡੀ ਸ਼੍ਰੇਸ਼ਟ ਮਾਲਕ ਨੇ ਮੱਤ ਦਿੱਤੀ ਸੀ, ਬੁੱਧੀ ਦਿੱਤੀ ਸੀ, ਯਾਦਾਸ਼ਤ ਦਿੱਤੀ ਸੀ, ਸਮਝ ਦਿੱਤੀ ਸੀ, ਇਹਦਾ ਕੋਈ ਚੰਗਾ ਪ੍ਰਯੋਗ ਤਾਂ ਕੀਤਾ ਨਹੀਂ। ਤਾਂ ਫਿਰ ਹੁਣ ਘੱਟੋ ਘੱਟ ਇਹ ਬਾਲਿਆ ਤਾਂ ਜਾ ਸਕਦਾ, ਇਹਦੇ ਵਿੱਚੋਂ ਮਾੜੀ ਮੋਟੀ ਅਗਨ ਤਾਂ ਪੈਦਾ ਹੋ ਸਕਦੀ ਹੈ। ਇਸ ਕਰਕੇ ਇਹਦਾ ਬਾਲਣ ਦੀ ਥਾਂ ਹੀ ਪ੍ਰਯੋਗ ਕਰ ਲੈਣਾ ਚਾਹੀਦਾ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਬਾਲਣ ਸ਼ਬਦ ਕਿਉਂ ਵਰਤਿਆ? ਕਿਹਾ ਕਿ ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਈ, ਉਹ ਸਿਰ ਜਲਾਉਣ ਦੇ ਯੋਗ ਹੀ ਹਨ। ਉਹਦਾ ਦੂਜਾ ਪ੍ਰਯੋਗ ਕਿੱਥੇ ਹੈ? ਕੁਦਰਤੀ ਤੌਰ 'ਤੇ ਉਹਦਾ ਕੋਈ ਦੂਜਾ ਪ੍ਰਯੋਗ ਨਹੀਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੋ ਸਿਰ ਸਾਈਂ ਨਾ ਨਿਵੈ। ਇਸ ਕਰਕੇ ਬਾਣੀ ਦੇ ਵਿੱਚ ਇੱਕ ਵਾਕ ਆਉਂਦਾ, ਤੁਧਨੋ ਨਿਵਣ ਮੰਨਣ ਤੇਰਾ ਨਾਉ, ਕਿ ਮਾਲਕ ਨੂੰ ਝੁਕਣ ਦਾ ਮਤਲਬ ਇਹ ਹੈ ਕਿ ਅਸੀਂ ਤੇਰੇ ਜੋਤ ਪਾਵਨ ਗਿਆਨ ਦਾ ਉਪਦੇਸ਼ ਹੈ ਉਹਦੇ ਅਨੁਸਾਰ ਹੋਣ ਦਾ ਯਤਨ ਕਰਦੇ ਹਾਂ। ਤਾਂ ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੀਜੈ ਕਾਏ। ਕੁਦਰਤੀ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਦਾ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦੇ ਹਨ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਮੁਰੀਦ ਸੀ, ਅਤੇ ਬਾਬਾ ਫਰੀਦ ਸਾਹਿਬ ਜੀ ਦੇ ਕੋਲ ਉਹ ਮਹੀਨੇ ਕੁ ਬਾਅਦ ਆਇਆ ਕਰਦਾ ਸੀ, ਦੂਰ 'ਤੇ ਰਹਿੰਦਾ ਸੀ। ਮਹੀਨੇ ਕੁ ਬਾਅਦ ਆਇਆ ਕਰੇ, ਜਦੋਂ ਬਾਬਾ ਫਰੀਦ ਸਾਹਿਬ ਜੀ ਨੂੰ ਇਬਾਦਤ ਕਰਿਆ ਕਰੇ, ਜਦੋਂ ਆ ਕੇ ਉਹਨਾਂ ਨੂੰ ਸਜਦਾ ਕਰਿਆ ਕਰੇ, ਬੜਾ ਖੁਸ਼ 2-3 ਦਿਨ ਰਹਿ ਕੇ ਫਿਰ ਵਾਪਸ ਚਲੇ ਜਾਇਆ ਕਰੇ। ਬੜਾ ਸਮਾਂ ਬਤੀਤ ਹੋ ਗਿਆ। ਇੱਕ ਦਿਨ ਬਾਬਾ ਫਰੀਦ ਸਾਹਿਬ ਜੀ ਦੇ ਪਾਸ ਆ ਕੇ
ਉਹ ਕੁਦਰਤੀ ਬੈਠ ਗਿਆ, ਉਹਨੇ ਸਜਦਾ ਨਹੀਂ ਕੀਤਾ, ਉਂਝ ਹੀ ਆ ਕੇ ਬੈਠ ਗਿਆ। ਬਾਤ ਚੱਲਦੀ ਰਹੀ। ਜਦੋਂ ਵਾਪਸ ਜਾਣ ਲੱਗੇ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਘੱਟੋ ਘੱਟ ਅੱਜ ਸਜਦਾ ਨਾ ਕਰਨ ਦਾ ਅਰਥ ਤਾਂ ਦੱਸ ਜਾ। ਤਾਂ ਉਹ ਕਹਿਣ ਲੱਗਾ ਕਿ ਤੁਹਾਨੂੰ ਗੰਜੇ ਸ਼ੱਕਰ ਕਿਹਾ ਜਾਂਦਾ, ਮਿਠਾਸ ਦਾ ਖਜ਼ਾਨਾ ਕਿਹਾ ਜਾਂਦਾ। ਤੁਹਾਨੂੰ ਸਜਦਾ ਕਰਦਿਆਂ ਕਰਦਿਆਂ ਮੇਰਾ ਵੀ ਜੀਵਨ ਮਿਠਾਸ ਵਾਲਾ ਬਣ ਗਿਆ ਸੀ, ਪਰ ਅੱਜ ਕਿਸੇ ਨੂੰ ਕੁੜੱਤਣ ਦੇ ਕੇ ਆਇਆ, ਇਸ ਕਰਕੇ ਮੇਰਾ ਸਜਦਾ ਝੂਠਾ ਨਾ ਪੈ ਜਾਵੇ, ਇਸ ਕਰਕੇ ਮੈਂ ਸਜਦਾ ਨਹੀਂ ਕੀਤਾ। ਮੈਂ ਖਿਮਾ ਚਾਹੁੰਦਾ, ਗੁਸਤਾਖੀ ਹੋ ਗਈ ਕਿ ਤੁਹਾਡਾ ਜੀਵਨ ਗੰਜੇ ਸ਼ੱਕਰ ਹੈ। ਤੁਹਾਨੂੰ ਸਜਦਾ ਕਰ ਕਰਕੇ ਮੇਰਾ ਵੀ ਜੀਵਨ ਮਿਠਾਸ ਹੋ ਰਿਹਾ ਸੀ, ਨਿਮਰਤਾ ਦੇ ਗੁਣਾਂ ਸਹਿਤ ਹੋ ਰਿਹਾ ਸੀ, ਪਰ ਕਿਸੇ ਕਾਰਨ ਵਸ ਅੱਜ ਕਿਸੇ ਨੂੰ ਬੋਲਾਂ ਦੇ ਤਲ 'ਤੇ ਕੁੜੱਤਣ ਦੇ ਆਇਆ ਹਾਂ। ਇਸ ਕਰਕੇ ਤੁਸੀਂ ਮੇਰੇ ਅੰਦਰ ਦੀ ਜਾਣਦੇ ਹੋ, ਜਦੋਂ ਮੈਂ ਕੁੜੱਤਣ ਵਰਤਾਈ ਹੈ ਅਤੇ ਮੂੰਹ ਤੋਂ ਪ੍ਰਣ ਕਰਾਂ ਕਿ ਮੈਂ ਮਿਠਾਸ ਨੂੰ ਸਜਦਾ ਕਰ ਰਿਹਾ, ਮੇਰਾ ਸਜਦਾ ਕਿਤੇ ਦੰਭ ਨਾ ਬਣ ਜਾਏ, ਇਸ ਕਰਕੇ ਮੈਂ ਅੱਜ ਨਹੀਂ ਕੀਤਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਸੋ ਸਿਰ ਕੀਜੈ ਕਾਏ, ਕੀ ਪ੍ਰਯੋਗ ਕਰੀਏ ਇਹਨਾਂ ਦਾ। ਹੁਣ ਕੁਦਰਤੀ ਹੈ ਜਿਹੜਾ ਪਿੱਛੇ ਜ਼ਿਕਰ ਕਰ ਰਹੇ ਹਾਂ ਤਣਾਅ ਮੁਕਤੀ ਦਾ। ਦੁਨੀਆ ਦੇ ਵਿੱਚ ਜਿਹੜੀ ਤਣਾਅ ਮੁਕਤੀ ਦੇ ਉੱਪਰ ਮੈਂ ਆਪਣੇ ਜੀਵਨ ਦੇ ਵਿੱਚ ਬਹੁਤ ਮਹਿੰਗੀਆਂ ਕਿਤਾਬਾਂ ਪੜ੍ਹੀਆਂ ਹੋਈਆਂ, ਉਹਨਾਂ ਨੇ ਸਿਖਰ ਕੱਢਿਆ। ਦੁਨੀਆ ਵੇਖੋ, ਤਣਾਅ ਮੁਕਤੀ ਨੂੰ ਅਸੀਂ ਖੁਦ ਸੱਦਾ ਦਿੰਦੇ ਹਾਂ। ਉਹਦੇ ਵਿੱਚ ਉਹਨਾਂ ਨੇ ਇੱਕ ਜਿਹੜੇ ਉਹਦੇ ਸਿਪਟਮਜ਼ ਜਿਹੜੇ ਅਸੀਂ ਕੁਦਰਤੀ ਕਰਦੇ ਜੋੜਦੇ ਆਪਣੇ ਨਾਲ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਸ ਟਾਈਮ ਦੇ ਵਿੱਚ, ਕਿਉਂਕਿ ਨੀਂਦ ਦੇ ਵਿੱਚ ਬਾਡੀ ਦੀ ਰਿਲੈਕਸੇਸ਼ਨ ਹੁੰਦੀ ਹੈ, ਮਾਈਂਡ ਦੀ ਨਹੀਂ ਹੁੰਦੀ, ਮਾਈਂਡ ਸੁਪਨ 'ਚ ਹੁੰਦਾ ਹੈ। ਕਹਿੰਦੇ ਉਸ ਤੋਂ ਬਾਅਦ ਜਦੋਂ ਬੰਦਾ ਜਾਗਦਾ ਹੈ ਤਾਂ ਉਹਦੇ ਅੰਦਰ ਇੱਕ ਕਾਸਮੋਸ ਦੀ ਫਰੈਸ਼ਨੈਸ ਚੱਲਦੀ ਹੈ। ਹੁਣ ਬੰਦਾ ਉਹਨੂੰ ਉਜਾੜਦਾ ਕਿਵੇਂ ਆ? ਅਖਬਾਰ ਦੀ ਖਬਰੀਆਂ ਸੂਚਨਾਵਾਂ ਸਾਰੀਆਂ ਸਵੇਰੇ ਉਹਦੇ ਅੰਦਰ ਪਾਉਂਦਾ ਹੈ, ਅਤੇ ਆਪਣੇ ਅੰਦਰ ਦੇ ਜਿਤਨੇ ਹਿੱਸੇ ਜਿਹੜੇ ਮੈਮਰੀ ਵਾਲੇ ਨੇ, ਅੱਜ ਖਬਰ ਪੜ੍ਹਦਾ ਨਾ ਕਿ ਆਹ ਖਬਰ ਆਈ ਹੈ, ਮਹੀਨਾ ਪਹਿਲਾਂ ਦੀ ਯਾਦ ਆ ਜਾਂਦੀ ਕਿ ਮਹੀਨਾ ਪਹਿਲਾਂ ਵੀ ਇੰਝ ਹੋਇਆ ਸੀ। ਮਤਲਬ ਉਹ ਕਹਿੰਦੇ ਕਿ ਜਿਹੜਾ ਆਪਣੇ ਅੰਦਰ ਕਾਸਮੋਸ ਨੇ, ਮਤਲਬ ਜਿਵੇਂ ਕੁਦਰਤੀ ਅੰਮ੍ਰਿਤ ਵੇਲੇ 'ਚ ਠੰਡਕ ਹੁੰਦੀ ਹੈ ਅਤੇ ਬੰਦਾ ਉਹਦੇ ਵਿੱਚ ਇੱਕ ਰਿਲਾਈਜੇਸ਼ਨ ਵੱਲ ਜਾਂਦਾ ਹੈ। ਕਹਿੰਦੇ ਉਸੇ ਰਿਲਾਈਜੇਸ਼ਨ ਨੂੰ ਜਿਹੜਾ ਕੁਦਰਤ ਨੇ ਤੈਨੂੰ ਫਿਰ ਨੀਂਦ ਦੇ ਠਹਿਰਾਓ ਤੋਂ ਬਾਅਦ ਤਾਜ਼ਗੀ ਵਿੱਚ ਲਿਆਂਦਾ ਹੈ, ਉਹਨੂੰ ਖਬਰ ਦੀ ਜਿਹੜੀ ਉਤੇਜਨਾ ਹੈ ਉਹਦੇ ਨਾਲ ਆਪਣੇ ਅੰਦਰ ਨੂੰ ਫਿਰ ਪ੍ਰਭਾਵਿਤ ਕਰ ਲੈਂਦਾ ਹੈ, ਅਤੇ ਜਦੋਂ ਉਹਨੂੰ ਇਨਫੋਰਮੇਸ਼ਨ ਦੇ ਨੁਕਤੇ ਤੋਂ ਉਜਾੜ ਲੈਂਦਾ ਹੈ ਅਤੇ ਬਾਅਦ 'ਚ ਕਹਿੰਦਾ ਮੇਰੇ ਜੀਵਨ 'ਚ ਤਣਾਅ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆਪਣੇ ਅੰਦਰ ਜਿਹੜਾ ਅੰਦਰਲੇ ਹਿੱਸੇ ਨੇ ਉਹਨਾਂ ਨੂੰ ਤਾਂ ਕੁਦਰਤੀ ਸੰਭਾਲਿਆ ਨਹੀਂ ਕਿ ਆਪਣੇ ਅੰਦਰ ਦਇਆ ਦੇ ਸੁਭਾਅ ਨੂੰ ਪ੍ਰਵੇਸ਼ ਕਰਨ ਦੇ। ਸਵੇਰੇ ਸਵੇਰੇ ਹੀ ਉਹ ਜ਼ੁਲਮੋ ਅਤਿਆਚਾਰ ਦੀ ਖਬਰ ਦੀ ਇਨਫੋਰਮੇਸ਼ਨ ਅੰਦਰ ਭੇਜ ਰਿਹਾ, ਇਹ ਤੇਰੇ ਬਾਡੀ ਦੇ ਕੈਮੀਕਲ ਕਿਹੋ ਜਿਹੇ ਘੜੇਗੀ, ਬਾਅਦ ਤੇਰੀ ਸੋਚਣੀ, ਤੇਰਾ ਵਰਤੋਂ ਵਿਹਾਰ। ਹੁਣ ਕੁਦਰਤੀ ਮੈਂ ਕਈ ਦਫਾ ਦੇਖਦਾ, ਬੜੀ ਹੈਰਾਨਗੀ ਹੁੰਦੀ, ਕਿਸੇ ਹਾਦਸੇ ਵਿੱਚ ਸਾਰਾ ਪਰਿਵਾਰ ਮਾਰਿਆ ਜਾਂਦਾ ਹੈ, ਅਖਬਾਰ ਪੜ੍ਹਨ ਵਾਲਾ ਦੂਜੇ ਨੂੰ ਇਹ ਸੁਣਾ ਰਿਹਾ ਹੁੰਦਾ ਜਿਵੇਂ ਕੋਈ ਖੁਸ਼ੀ ਦਾ ਗੀਤ ਹੁੰਦਾ, ਨਾ ਉਹਦੇ ਚਿਹਰੇ 'ਤੇ ਕੋਈ ਭਾਵ ਹੈ, ਨਾ ਉਹਦੀ ਸਾਊਂਡ ਦੇ ਵਿੱਚ ਕੋਈ ਦਰਦ ਹੈ। ਬੜੇ ਜਿਵੇਂ ਕਮਾਲ, ਜਿਵੇਂ ਪਤਾ ਨਹੀਂ ਕਿੱਡੀ ਕੁ ਕਮਾਲ ਦੀ ਉਹ ਗੱਲ ਕਰ ਰਿਹਾ ਹੁੰਦਾ। ਇਹਦਾ ਮਤਲਬ ਕੀ ਹੈ ਕਿ ਇਹ ਬੰਦਾ ਇਨਸਾਨੀਅਤ ਦੀ ਜਿਹੜੀਆਂ ਸੂਖਮ ਭਾਵਨਾਵਾਂ ਨੇ ਉਹਨਾਂ ਦੇ ਨੁਕਤੇ ਤੋਂ ਇਹ ਉੱਜੜ ਚੁੱਕਿਆ ਹੈ। ਇਹਦੀ ਸਾਊਂਡ ਦੇ ਵਿੱਚ ਵੀ ਇੰਨੀ ਤੇਜ਼ੀ ਹੈ, ਇਹਦੇ ਭਾਵਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੈ ਕਿ ਲੱਗਦਾ ਨਹੀਂ ਕਿ ਇਹ ਬੰਦਾ ਇਨਸਾਨੀਅਤ ਦੇ ਤਲ 'ਤੇ ਜਿਉਂ ਰਿਹਾ। ਇਸ ਕਰਕੇ ਤਣਾਅ ਮੁਕਤੀ ਦਾ ਭਾਵ ਕੀ ਹੈ? ਹੁਣ ਕੁਦਰਤੀ ਹੈ। ਬਾਣੀ ਦੇ ਵਿੱਚ ਸਾਡੀ ਸਿੱਖ ਪਰੰਪਰਾ ਨੇ ਅੰਮ੍ਰਿਤ ਵੇਲੇ ਕੀਰਤਨ ਕਿਉਂ ਰੱਖਿਆ? ਸਾਨੂੰ ਕਦੇ ਇਸ ਗੱਲ ਦਾ ਗਹਿਰਾ ਪਤਾ ਨਹੀਂ ਚੱਲਿਆ ਹੋਏਗਾ ਕਿ ਅਸੀਂ ਕੀਰਤਨ ਕਿਉਂ ਰੱਖਿਆ ਹੋਇਆ। ਕੀਰਤਨ ਦੇ ਵਿੱਚ ਜਿਹੜੀਆਂ 7 ਸੁਰਾਂ ਨੇ, ਇਹ ਧਰਤੀ ਦੇ ਜਿਹੜੇ 7 ਨਿਜ਼ਾਮ ਚੱਲਦੇ ਨੇ, ਜਿਹਦੇ ਵਿੱਚ ਗਿਆਨ, ਭਗਤੀ, ਵੈਰਾਗ, ਸੇਵਾ, ਇਹਨਾਂ ਸਾਰਿਆਂ ਨੂੰ ਕੰਟਰੋਲ ਕਰਕੇ ਸਾਡੀ ਦੇਹ ਦੇ ਨਾਲ ਜੋੜਦਾ ਹੈ। ਅਤੇ ਜਦੋਂ ਸਾਡੀ ਦੇਹ ਦੇ ਨਾਲ ਇਹ ਚੀਜ਼ਾਂ ਜੁੜਦੀਆਂ ਨੇ ਤਾਂ ਉਦੋਂ ਸਾਡਾ ਜੀਵਨ ਸੁਹਾਵਣਾ ਹੁੰਦਾ ਹੈ। ਅਤੇ ਅਸੀਂ ਇਹਦੇ ਤੋਂ ਦੂਰੀ ਬਣਾਈ ਹੋਈ ਹੈ, ਉਲਟੇ ਨਿਜ਼ਾਮ ਆਪਣੇ ਨਾਲ ਜੋੜੇ ਹੋਏ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਬਾਲਣ ਸੰਧੈ ਥਾਏ, ਕਿਉਂਕਿ ਇਹਨੇ ਸਵੇਰੇ ਉੱਠ ਕੇ ਨਾ ਦਇਆ ਦਾ ਪਾਠ ਪੜ੍ਹਿਆ ਹੈ, ਨਾ ਆਪਣੇ ਆਪ ਦੀ ਪਛਾਣ ਕੀਤੀ ਹੈ, ਨਾ ਜੀਵਨ 'ਚ ਨਿਮਰਤਾ ਢਾਲਣ ਦੇ ਲਈ ਕਿਸੇ ਦੁਆਰ 'ਤੇ ਚੱਲ ਕੇ ਗਿਆ ਹੈ, ਜਾਂ ਜਿਹਦਾ ਕੁਝ ਸਾਰਾ ਮਾਣ ਰਿਹਾ ਨਾ ਉਹਦਾ ਹੀ ਖਿਆਲ ਇਹਨੇ ਆਪਣੇ ਅੰਦਰ ਪ੍ਰਪੱਕ ਕੀਤਾ ਹੈ। ਫਿਰ ਇਹ ਜੀਵਨ ਦਾ ਕਰਨਾ ਕੀ ਹੈ? ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਚਲੋ ਇੰਨਾ ਕੁ ਤਾਂ ਹੈ ਵੀ ਇਹਦੇ ਨਾਲ ਅੱਗ ਬਾਲ ਕੇ ਕੁਝ ਮਾੜਾ ਮੋਟਾ ਪਕਾਇਆ ਜਾ ਸਕਦਾ ਹੈ, ਇਹਦੇ ਨਾਲ ਇਹੀ ਕਰਮ ਕਰ ਲਓ, ਕਿਉਂ ਇਹ ਜਲਾਉਣ ਦੇ ਹੀ ਯੋਗ ਹੈ। ਹੁਣ ਕੁਦਰਤੀ ਇਹ ਦੁਨੀਆ ਦੇ ਵਿੱਚ ਨਵਾਂ ਕੁਝ ਕਿਉਂ ਨਹੀਂ ਪੈਦਾ ਹੋ ਰਿਹਾ? ਦੁਨੀਆਦਾਰੀ ਜਿਹੜੀ ਹੈ ਉਹ ਇੱਕੋ ਤਰ੍ਹਾਂ ਦੀ ਕਿਉਂ ਹੋਈ ਜਾ ਰਹੀ ਹੈ? ਕਿਉਂਕਿ ਸਾਰੇ ਬੰਦਗੀ ਤੋਂ ਵਿਹੂਣੇ ਨੇ। ਜੇ ਇੱਕ ਬੰਦਾ ਧੋਖਾ ਧੜੀ ਕਰਦਾ, ਦੂਜਾ ਉਹਦੇ ਨਾਲ ਕਿਉਂ ਰਲ ਜਾਂਦਾ ਹੈ? ਉਹਨੂੰ ਪਤਾ ਹੈ ਕਿਉਂਕਿ ਉਹ ਵੀ ਬੰਦਗੀ ਤੋਂ ਵਿਹੂਣਾ, ਤੀਜਾ ਵੀ ਰਲ ਜਾਂਦਾ, ਚੇਨ ਬਣਦੀ ਜਾਂਦੀ ਹੈ।
ਅਤੇ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਕੁੰਨੇ ਹੇਠ ਜਲਾਈਐ, ਕਹਿੰਦੇ ਉਹ ਸਾੜਨ ਦੇ ਯੋਗ ਹੈ। ਬਾਲਣ ਸੰਦੈ ਥਾਏ, ਘੱਟੋ ਘੱਟ ਬਾਲਣ ਦੀ ਜਗ੍ਹਾ ਤੋਂ ਉਹਦਾ ਪ੍ਰਯੋਗ ਹੋ ਜਾਵੇ। ਇਹ ਬੜੇ ਗਹਿਰੇ ਨੁਕਤੇ ਕਹੇ ਹੋਏ ਹਨ ਬਾਬਾ ਫਰੀਦ ਸਾਹਿਬ ਜੀ ਨੇ, ਕਿਉਂਕਿ ਵਰਤਮਾਨ ਦੇ ਵਿੱਚ ਜਿਹੜੀ ਪੂਰੇ ਯੂਨੀਵਰਸ ਦੀ ਹਾਲਤ ਬਣ ਗਈ ਹੈ ਨਾ, ਉਹ ਇਸੇ ਕਰਕੇ ਹੈ। ਇਸ ਕਰਕੇ ਜਿਵੇਂ ਆਈਨਸਟਾਈਨ ਵਰਗੇ ਸੀ, ਉਹਨਾਂ ਨੇ ਬੰਦਗੀ ਦੇ ਨੁਕਤੇ 'ਤੇ ਗੱਲ ਕਹੀ ਹੋਈ ਹੈ। ਉਹ ਐਟਮ ਦਾ ਨਿਰਮਾਣ ਕਰਤਾ ਉਹਨੂੰ ਮੰਨਿਆ ਜਾਂਦਾ ਹੈ। ਉਹ ਕਹਿੰਦਾ ਕਿ ਇਹ ਤਾਂ ਮਨੁੱਖ ਦੇ ਸਦਉਪਯੋਗ ਲਈ ਪੈਦਾ ਕੀਤੀ ਸੀ, ਪਰ ਮੈਨੂੰ ਕੀ ਪਤਾ ਸੀ ਕਿ ਜਿਹੜੀ ਆ ਪਰਮਾਣੂ ਊਰਜਾ ਹੈ, ਇਹ ਮਨੁੱਖ ਵਿਨਾਸ਼ ਦੇ ਨੁਕਤੇ ਤੋਂ ਇਹਦੀ ਵਰਤੋਂ ਕਰਨ ਲੱਗ ਪਏਗਾ। ਇਸ ਕਰਕੇ ਬੰਦਗੀ ਦਾ ਨੁਕਤਾ ਇਹ ਵੀ ਹੁੰਦਾ ਕਿ ਜੋ ਸਾਡੇ ਜੀਵਨ 'ਚੋਂ ਪੈਦਾ ਹੋਣਾ ਹੈ, ਉਹ ਧਰਤੀ ਦੇ ਕਲਿਆਣਕਾਰੀ ਪੈਦਾ ਹੋਵੇ, ਚਾਹੇ ਮੇਰੀ ਅਕਲ ਦੁਆਰਾ, ਚਾਹੇ ਮੇਰੀ ਫੋਰਸ ਦੁਆਰਾ, ਚਾਹੇ ਮੇਰੇ ਕਿਸੇ ਵਸੀਲੇ ਦੁਆਰਾ। ਜੋ ਕੁਝ ਵੀ ਜਗਤ ਵਿੱਚ ਪੈਦਾ ਹੋਣਾ ਹੈ, ਉਹ ਚੰਗਾ ਪੈਦਾ ਹੋਵੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਕਿ ਜੇ ਸਿਰ ਕੀਜੈ ਕਾਇ ਦਾ ਮਤਲਬ ਹੈ ਤੇਰੇ ਅੰਦਰ ਦੀ ਕਲਪਨਾ, ਤੇਰੇ ਅੰਦਰ ਦੀ ਬੁੱਧੀ, ਤੇਰੇ ਅੰਦਰ ਦੀ ਸਮਝ ਜੇ ਧਰਤੀ 'ਤੇ ਕੁਝ ਨਵਾਂ ਜਾਂ ਚੰਗਾ ਜਾਂ ਮਾਲਕ ਦੇ ਨੇਮ ਦੇ ਤਹਿਤ ਕੁਝ ਪੈਦਾ ਨਹੀਂ ਕਰ ਸਕਦੀ, ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ, ਉਹ ਜਲਾਉਣ ਦੇ ਯੋਗ ਹੈ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓਹੇ। ਹੁਣ ਜੀਵਨ ਦੇ ਸਾਨੂੰ ਇੱਕ ਹੋਰ ਪੱਖ ਬਾਰੇ ਬਾਬਾ ਫਰੀਦ ਸਾਹਿਬ ਜੀ ਚੇਤੰਨ ਕਰਦੇ ਹਨ। ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਕਿੱਥੇ ਤੈਂਡੇ ਮਾਪਿਆਂ। ਬਾਬਾ ਫਰੀਦ ਸਾਹਿਬ ਜੀ ਦੇ ਮਾਤਾ ਪਿਤਾ ਉਹਨਾਂ ਦੇ ਜੀਵਨ ਕਾਲ ਵਿੱਚ ਬੜਾ ਪਹਿਲਾਂ ਹੀ ਫੌਤ ਹੋ ਗਏ ਸਨ। ਤਾਂ ਬਾਬਾ ਫਰੀਦ ਸਾਹਿਬ ਜੀ ਕੁਦਰਤੀ ਆਪਣੇ ਆਪ ਦੇ ਨਾਲ ਸੰਬੋਧਿਤ ਹੋ ਕੇ ਆਖਦੇ ਹਨ, ਕਿੱਥੇ ਤੈਂਡੇ ਮਾਪਿਆਂ। ਜੀਵਨ ਦੇ ਸਭ ਤੋਂ ਪਹਿਲੇ ਸਾਥੀ ਭੈਣ ਭਰਾ ਵੀ ਬਾਅਦ ਦੇ ਵਿੱਚ ਮਿਲੇ। ਸਭ ਤੋਂ ਪਹਿਲਾਂ ਸੰਬੰਧ ਮਾਤਾ ਪਿਤਾ ਨਾਲ ਜੁੜਿਆ, ਕਿਉਂਕਿ ਇਹਨਾਂ ਤੋਂ ਸਿਰਜਣਾ ਹੋਈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕਿੱਥੇ ਤੈਂਡੇ ਮਾਪਿਆ, ਤੇਰੇ ਮਾਤਾ ਪਿਤਾ ਕਿੱਥੇ ਹਨ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ, ਜਿਨ੍ਹਾਂ ਦੇ ਹੱਥੀਂ ਤੇਰੀ ਪਰਵਰਿਸ਼ ਹੋਈ ਅਤੇ ਜਿਨ੍ਹਾਂ ਨੇ ਤੇਰੇ ਜੀਵਨ ਨੂੰ ਇੱਥੋਂ ਤੱਕ ਲਿਆਂਦਾ, ਉਹ ਕਿੱਥੇ ਹਨ। ਤੈ ਪਾਸੋਂ ਓਏ ਲੱਦ ਗਏ, ਤੂੰ ਅਜੈ ਨਾ ਪਤੀਣ ਹੋਏ। ਉਹ ਤੇਰੇ ਕੋਲੋਂ ਚੁੱਪ ਚਪੀਤੇ ਆਰਾਮ ਨਾਲ ਵਿਦਾ ਹੋ ਗਏ ਨੇ, ਇਸ ਦੁਨੀਆ ਤੋਂ ਤੁਰ ਗਏ ਹਨ। ਪਰ ਕਮਾਲ ਦੀ ਗੱਲ ਹੈ, ਤੂੰ ਅਜੈ ਨਾ ਪਤੀਣ ਹੋਏ, ਅਜੇ ਵੀ ਤੇਰਾ ਮਨ ਇਸ ਦੁਨੀਆਦਾਰੀ ਤੋਂ ਭਰਮਿਆ ਜਾਂ ਥੋੜ੍ਹਾ ਜਿਹਾ ਉਚਾਟ ਨਹੀਂ ਹੋਇਆ। ਦੁਨੀਆ ਦੇ ਜਿਹੜੇ ਪਹਿਲੇ ਸੰਬੰਧੀ ਸਨ, ਉਹ ਤੇਰੇ ਪਾਸੋਂ ਚਲੇ ਗਏ ਹਨ। ਜਿਨ੍ਹਾਂ ਨੇ ਤੇਰੇ ਜੀਵਨ ਨੂੰ ਪੂਰੇ ਦਾ ਪੂਰਾ ਖੜਾ ਕੀਤਾ, ਉਹੀ ਚਲੇ ਗਏ ਨੇ। ਉਹਨਾਂ ਦੇ ਜਾਣ ਦੇ ਬਾਵਜੂਦ ਵੀ ਤੇਰਾ ਦੁਨੀਆਦਾਰੀ ਤੋਂ ਮਨ ਉਚਾਟ ਨਹੀਂ ਹੋਇਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਪ੍ਰਥਮ ਸੰਬੰਧੀ ਚੱਲਣ ਦੇ ਬਾਵਜੂਦ ਮਨ ਉਚਾਟ ਨਹੀਂ ਹੋਇਆ, ਅਤੇ ਤੈਨੂੰ ਕੀ ਲੱਗਦਾ ਹੈ ਕਿ ਬਾਕੀ ਸੰਬੰਧੀਆਂ ਦੇ ਚਲੇ ਜਾਣ ਨਾਲ ਵੀ ਕਿਤੇ ਦੁਨੀਆਦਾਰੀ ਤੋਂ ਉਪਰਾਮ ਹੋ ਜਾਏਗਾ। ਤੇਰਾ ਮੋਹ ਇੰਝ ਹੀ ਬਣਿਆ ਰਹੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਚੇਤੰਨ ਹੋਣ ਵਾਲਾ ਸ਼ਲੋਕ ਦੱਸਦੇ ਹਨ। ਕੁਦਰਤੀ ਬਾਣੀ ਦੇ ਵਿੱਚ ਵਾਕ ਹਨ, ਕਾਂ ਕੀ ਮਾਈ ਕਾਂ ਕੋ ਬਾਪ, ਨਾਮ ਤਾਰੀਕ ਝੂਠੇ ਸਭ ਸਾ, ਕਾਹੇ ਕੋ ਮੂਰਖ ਪਖਲਾਇਆ। ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ। ਬਾਣੀ ਦੇ ਵਿੱਚ ਹੀ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ ਹਨ ਇਸ ਤਰ੍ਹਾਂ ਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕਿੱਥੇ ਤੈਂਡੇ ਮਾਪਿਆਂ। ਕੁਦਰਤੀ ਅਸੀਂ ਆਪਣੇ ਜੀਵਨ ਦਾ, ਜਿਸ ਸਮੇਂ ਤੱਕ ਅਸੀਂ ਆਪਣੇ ਆਪ ਨੂੰ ਸਥਾਪਿਤ ਨਹੀਂ ਗਿਣਨ ਲੱਗ ਪਏ ਸਾਂ, ਉਸ ਤੋਂ ਪਹਿਲਾਂ ਦੇ ਜੀਵਨ ਦੀ ਵਿਚਾਰ ਕਰੋਗੇ ਤਾਂ ਹਰੇਕ ਬੰਦੇ ਨੂੰ ਆਪਣਾ ਜੀਵਨ ਮਾਤਾ ਪਿਤਾ ਦੇ ਨਿਰਭਰ ਲੱਗਦਾ ਹੈ। ਭਾਵੇਂ ਉਹ ਕਿੰਨਾ ਪੜ੍ਹਿਆ ਲਿਖਿਆ, ਕਾਰੋਬਾਰੀ ਕੁਝ ਵੀ ਕਿਉਂ ਨਾ ਹੋਵੇ, ਉਹਨੂੰ ਆਪਣਾ ਜੀਵਨ ਮਾਤਾ ਪਿਤਾ 'ਤੇ ਨਿਰਭਰ ਲੱਗਦਾ। ਅਤੇ ਜੀਵਨ ਦੇ ਵਿੱਚ ਇਹ ਪਲ ਸਾਰਿਆਂ 'ਤੇ ਹੀ ਆਇਆ, ਜਦੋਂ ਹਰੇਕ ਬੰਦੇ ਨੂੰ ਲੱਗਦਾ ਸੀ ਕਿ ਅਗਰ ਮਾਤਾ ਪਿਤਾ ਨਾ ਰਹੇ ਤਾਂ ਜੀਵਨ ਮੇਰਾ ਵੀ ਨਹੀਂ ਰਹਿਣਾ। ਇਹ ਹਰੇਕ ਬੰਦੇ ਨੂੰ ਲੱਗਦਾ, ਚਾਹੇ ਉਹ ਬਚਪਨ 'ਚ ਲੱਗਿਆ ਹੋਵੇ, ਚਾਹੇ ਜਵਾਨੀ 'ਚ ਲੱਗਿਆ ਹੋਵੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੀਵਨ ਦੀ ਇੱਕ ਹਾਲਤ ਸੀ ਜਦੋਂ ਲੱਗਦਾ ਸੀ ਕਿ ਇਹਨਾਂ ਤੋਂ ਬਿਨਾਂ ਜੀਵਨ ਦਾ ਅਗਲਾ ਕਦਮ ਪੁੱਟਣਾ ਵੀ ਅਸੰਭਵ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸਮੇਂ ਦੀ ਰਫ਼ਤਾਰ ਚੱਲਦੀ ਗਈ, ਕਾਲ ਦਾ ਚੱਕਰ ਚੱਲਦਾ ਰਿਹਾ। ਉਹ ਮਾਤਾ ਪਿਤਾ ਜਿਨ੍ਹਾਂ ਨੇ ਪੈਦਾ ਕੀਤਾ ਸੀ, ਜਿਨ੍ਹਾਂ ਦੇ ਜੀਵਨ ਨੂੰ, ਜਿਨ੍ਹਾਂ ਦੇ ਨਾਲ ਤੂੰ ਆਪਣੇ ਆਪ ਨੂੰ 9 ਮਾਸ ਵਾਂਗ ਜੁੜਿਆ ਹੋਇਆ ਮੰਨਦਾ ਸਾਂ ਕਿ ਪਹਿਲੀ ਗੱਲ ਇਹ ਜੁਦਾ ਹੀ ਨਹੀਂ ਹੋ ਸਕਦੇ, ਜੇ ਜੁਦਾ ਹੋ ਜਾਣਗੇ ਤਾਂ ਦੋਵੇਂ ਹੀ ਖਤਮ ਹੋ ਜਾਣਗੇ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕਮਾਲ ਦੇਖ, ਤੇਰੇ ਕੋਲੋਂ ਗਏ ਨੇ, ਤੇਰੇ ਕੋਲੋਂ ਉਹਨਾਂ ਦਾ ਜੀਵਨ ਉੱਠ ਕੇ ਖਤਮ ਹੋਇਆ ਹੈ। ਤੂੰ ਅਜੈ ਨਾ ਪਤੀਣ ਹੋਏ, ਅਤੇ ਤੇਰੀ ਜਿਹੜੀ ਮੋਹ ਦੀ ਜਿਹੜੀ ਫਾਈ ਹੈ, ਉਹ ਹੁਣ ਮਾਤਾ ਪਿਤਾ ਤੋਂ ਉੱਠ ਕੇ ਔਲਾਦ 'ਤੇ ਆ ਗਈ ਹੈ।
ਪਤਨੀ 'ਤੇ ਆ ਗਈ ਹੈ, ਔਲਾਦ 'ਤੇ ਆ ਗਈ। ਜੇ ਔਲਾਦ ਵੀ ਉੱਠ ਗਈ, ਇਹਨੇ ਅੱਗੇ ਕੋਈ ਸਪੇਸ ਲੱਭ ਲੈਣੀ ਹੈ। ਤੂੰ ਇਸ ਗੱਲ ਦਾ ਨਿਵਾਰਨ ਕਰਕੇ ਇਹ ਤੇਰੀ ਜਿਹੜੀ ਅਟਰੈਕਸ਼ਨ ਦਾ ਪੁਆਇੰਟ ਹੈ, ਇਹ ਹਰ ਵਾਰੀ ਨਵੀਂ ਚੀਜ਼ ਲੱਭ ਲੈਂਦਾ ਹੈ। ਜੇ ਕੁਝ ਵੀ ਨਹੀਂ ਹੈ ਤਾਂ ਪਦਾਰਥ ਲੱਭ ਲੈਂਦਾ ਹੈ। ਇਹ ਵੀ ਇੱਕ ਕਮਾਲ ਦਾ ਹੈ। ਕਈ ਬੰਦੇ ਜੀਵਨ 'ਚ ਐਸੇ ਦੇਖੇ ਹਨ, ਮਾਤਾ ਪਿਤਾ ਕੋਲ ਨਹੀਂ, ਭੈਣ ਭਰਾ ਕੋਲ ਨਹੀਂ, ਪਤਨੀ ਕੋਲ ਨਹੀਂ, ਉਹਨਾਂ ਨੇ ਹੋਰ ਕੁਝ ਨਹੀਂ, ਪਦਾਰਥ ਦੇ ਨਾਲ ਆਪਣੀ ਅਟਰੈਕਸ਼ਨ ਜੋੜੀ ਹੋਈ, ਉਹਦੇ ਤਲ 'ਤੇ ਜੀ ਰਹੇ ਹਨ। ਅਤੇ ਪਦਾਰਥ ਵੀ ਤਾਂ ਆਖਰ ਕਿਸੇ ਨਾ ਕਿਸੇ ਦਿਨ ਖਤਮ ਹੋਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਤੂੰ ਅਜੈ ਨਾ ਪਤੀਣ ਓਹੇ, ਅਜੇ ਤੱਕ ਵੀ ਮਨ ਸਮਝਣ ਦੇ ਵਿੱਚ ਨਹੀਂ ਆ ਰਿਹਾ। ਇਸ ਕਰਕੇ ਪਾਵਨ ਲਾਣੀਆਂ ਦੀ ਬਾਣੀ ਅਸੀਂ ਪੜ੍ਹਦੇ ਹਾਂ ਨਾ, ਤਾਂ ਉਹਦੇ ਵਿੱਚ ਇੱਕ ਜ਼ਿਕਰ ਹੁੰਦਾ ਕਿ ਭੈ ਰੋਵੈ ਗੁਣ ਸਾਰ ਸੰਭਾਲੈ, ਕੋ ਮਰੈ ਨਾ ਮੋਇਆ ਨਾਲੈ, ਨਾਨਕ ਜੁਗ ਜੁਗ ਜਾਣ ਸਿਜਾਣਾ, ਰੋਵੇ ਸੱਚ ਸੰਭਾਲੇ। ਕਹਿੰਦੇ ਜੇ ਰੋਣਾ ਹੀ ਹੈ ਤਾਂ ਬੰਦਾ ਘੱਟੋ ਘੱਟ ਸੱਚਾ ਤਾਂ ਰੋਵੇ। ਸੱਚਾ ਰੋਣ ਦਾ ਮਤਲਬ ਕੀ ਹੈ ਕਿ ਤੂੰ ਇਹਦੇ ਕਰਕੇ ਨਹੀਂ ਰੋ ਰਿਹਾ, ਤੂੰ ਰੋ ਰਿਹਾ ਜਿਹੜਾ ਤੇਰੇ ਅੰਦਰੋਂ ਇਹਦੇ ਜਾਣ ਦੇ ਨਾਲ ਸੁੰਨ ਵਾਪਰ ਗਈ ਹੈ, ਅਤੇ ਉਹ ਸੁੰਨ ਤੂੰ ਮੋਹ ਦੇ ਨਾਲ ਜੋੜੀ ਹੋਈ ਸੀ। ਇਸ ਕਰਕੇ ਉਹਨੂੰ ਹੁਣ ਨਵੇਂ ਤਰੀਕੇ ਨਾਲ ਭਰ ਲਏਗਾ। ਇਸ ਕਰਕੇ ਤੇਰਾ ਹੁਣ ਇੱਥੋਂ ਦਾ ਰੋਣਾ ਜਿਹੜਾ ਹੈ ਉਹ ਅਧੂਰਾ ਰਹਿ ਜਾਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਤੈ ਪਾਸੋਂ ਓਏ ਲੱਦ ਗਏ। ਉਹਨਾਂ ਦਾ ਵਜੂਦ ਮਿਟ ਗਿਆ ਹੈ। ਕਦੇ ਉਹਨਾਂ ਦੇ ਵਜੂਦ ਵਿੱਚੋਂ ਆਪਣਾ ਵਜੂਦ ਦੇਖਦਾ ਸੈਂ, ਅੱਜ ਉਹ ਮਿਟ ਗਏ ਹਨ। ਆਪਣੇ ਵਜੂਦ ਨੂੰ ਪਤਨੀ ਔਲਾਦ ਦੇ ਤਲ 'ਤੇ ਦੇਖਣਾ ਸ਼ੁਰੂ ਕਰ ਦਿੱਤਾ ਹੈ। ਜੇ ਇਹ ਵੀ ਨਾ ਰਹੇ, ਕਿਸੇ ਹੋਰ ਵਜੂਦ 'ਚ ਦੇਖਣਾ ਸ਼ੁਰੂ ਕਰ ਦੇਂਗਾ। ਪਰ ਗੱਲ ਕੀ ਹੈ ਕਿ ਤੂੰ ਸਮਝਣ ਦੇ ਤਲ 'ਤੇ ਨਹੀਂ ਆਏਗਾ ਕਿ ਹੌਲੀ ਹੌਲੀ ਜੀਵਨ ਤੋਂ ਥੋੜ੍ਹੀ ਨਿਰਲੇਪਤਾ ਬਣਾਵਾਂ, ਥੋੜ੍ਹੀ ਜੀਵਨ ਦੀ ਪਕੜ ਢਿੱਲੀ ਕਰਾਂ, ਤਾਂ ਕਿ ਇਹਨਾਂ ਦੇ ਸਹਿਤ ਦੁਬਾਰਾ ਦੁੱਖਿਤ ਨਾ ਹੋਣਾ ਪਵੇ ਅਤੇ ਜੀਵਨ ਦੀ ਸੱਚ ਅਸਲੀਅਤ ਦੇ ਨਾਲ ਬੰਦਾ ਜੁੜਿਆ ਰਹੇ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਨ ਸਾਡੇ ਅੰਦਰ ਇਬਾਦਤ ਦਾ ਚਾਉ ਪੈਦਾ ਹੋਵੇ। ਅੱਜ ਦੇ ਸਲੋਕਾਂ ਦੇ ਵਿੱਚ ਉਪਦੇਸ਼ ਹੈ। ਹੁਣ ਕੁਦਰਤੀ ਇੱਕ ਹੋਰ ਵੀ ਗੱਲ ਹੈ, ਉਪਦੇਸ਼ ਬੜੀ ਸੂਖਮਤਾ ਦੇ ਨਾਲ ਅਸੀਂ ਕੱਥਦੇ ਵੀ ਹਾਂ, ਸੁਣਦੇ ਵੀ ਹਾਂ, ਸਮਝਦੇ ਵੀ ਹਾਂ। ਗੱਲ ਤਾਂ ਅਮਲ 'ਤੇ ਆ ਕੇ ਟਿਕਦੀ ਹੈ। ਸਾਰਿਆਂ ਨੇ ਸਕੂਲੀ ਵਿੱਦਿਆ ਪ੍ਰਾਪਤ ਕੀਤੀ ਹੈ, ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਲੇਟ ਪ੍ਰਵੇਸ਼ ਕਰਦਾ ਹੁੰਦਾ ਸੀ ਉਹ ਸਬਕ ਦੇ ਕਿਸੇ ਨਾ ਕਿਸੇ ਭਾਵ ਤੋਂ ਊਣਾ ਰਹਿ ਜਾਂਦਾ ਸੀ। ਪਰ ਇਬਾਦਤ ਦੇ ਮਸਲੇ 'ਚ ਸਾਡੀ ਕੋਈ ਨਹੀਂ। ਆ ਕਿਤੇ ਕਿਸੇ ਬੰਦੇ ਨੂੰ ਮਿਲਣਾ ਹੋਵੇ ਨਾ, ਤਾਂ ਕਈ ਬੰਦੇ ਐਂ ਦਿਖਾਵਾ ਕਰਨਗੇ ਕਿ ਜਿਵੇਂ ਬ੍ਰਹਿਮੰਡ ਤੋਂ ਵੀ ਜ਼ਿਆਦਾ ਸੁਚੇਤਤਾ ਦੇ ਨਾਲ ਇਹ ਚੱਲਦਾ ਹੈ। ਸਕਿੰਟਾਂ ਦੀ ਵੀ ਗੱਲ ਕਰਨਗੇ ਕਿ 23 ਸਕਿੰਟ ਲੇਟ ਮਿਲਿਆ ਤੂੰ ਮੈਨੂੰ। ਪਰ ਮਾਲਕ ਦੇ ਦੱਸੇ ਮਾਰਗ 'ਤੇ ਚੱਲਣਾ ਹੈ, 15-20 ਮਿੰਟ ਦਾ ਤਾਂ ਸਿਲਸਿਲਾ ਹੀ ਨਹੀਂ ਗੌਲਦੇ। ਅੱਧਾ ਪੌਣਾ ਘੰਟਾ ਵਿਚਾਰ ਦੇ ਵਿੱਚ ਲੇਟ ਆ ਜਾਣ ਦਾ ਵੀ ਕੋਈ ਬਹੁਤੀ ਫਿਕਰ ਨਹੀਂ ਹੈਗੀ, ਕੋਈ ਪਰਵਾਹ ਨਹੀਂ ਵੀ ਅੱਧ 'ਚ ਆ ਕੇ ਕੀ ਸੁਣਾਂਗੇ। ਇਸ ਗੱਲ ਦੀ ਪਰਵਾਹ ਹੀ ਨਹੀਂ, ਕੁਦਰਤੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜ਼ਾਰ, ਤਾਂ ਕਿ ਤੇਰੀ ਇਬਾਦਤ ਦਾ ਇੱਕ ਐਸਾ ਰੌਂ ਬਣੇ ਕਿ ਤੇਰੀ ਜ਼ਿੰਦਗੀ ਗਿਆਨ ਦੇ ਸਹਿਤ, ਭਗਤੀ ਦੇ ਸਹਿਤ ਮੌਲਦੀ ਰਹੇ ਅਤੇ ਜੀਵਨ ਦੀ ਸੱਚ ਅਸਲੀਅਤ ਨਾਲ ਜੁੜ ਕੇ ਤੂੰ ਮਾਲਕ ਦੇ ਇਸ ਬ੍ਰਹਿਮੰਡ ਦੇ ਵਿੱਚ ਜੀਵਨ ਦਾ ਅਭਿਆਸ ਕਰਕੇ ਮੁਕਤ ਰੂਪ ਕਲਿਆਣਤਾ ਨੂੰ ਪ੍ਰਾਪਤ ਹੋਵੇਂ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ, ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਬਾਣੀ ਦੀ ਲੜੀਵਾਰ ਵਿਚਾਰ ਦਾ ਵਿਆਖਿਆ ਰੂਪ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।